ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਉ ਬੁਲਾਵੇ ਤੋ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗਿਆਨ ਧਿਆਨ ਕਿਛ ਕਰਵੇ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬ ਸਿੱਖ ਸੰਗਤਾਂ, ਭਾਈ ਭਾਈ, ਧੰਤਾ ਦੀ ਜੋਗੋ, ਜੋ ਕਿ ਇਸ ਵਕਤ ਜੁਗੋ ਜੁਗੇ ਅਟਲ ਗੱਦੀ ਤੇ ਸੁਭਾਈਮਾਨ ਚਬਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ। ਵੱਡਿਆਂ ਭਾਗਾਂ ਵਾਲਿਓ, ਆਓ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਰਵਣ ਕਰਕੇ ਧੰਤਾ ਦੀ ਯੋਗ ਬਣੀਏ। ਕੱਲ ਆਪਾਂ ਨੇ ਸਰਵਣ ਕੀਤਾ ਸੀ ਕਿ ਮਾਤਾ ਮਰਵਾਹੀ ਜੀ ਨਿਰਾਜਵਸ ਹੋ ਕੇ ਇੱਕ ਵਾਰ ਚਲੇ ਗਏ। ਸਤਿਗੁਰਾਂ ਦੇ ਕਹਿਣ ਤੇ ਬਾਬਾ ਭਾਨਾ ਜੀ ਨੇ ਜਾ ਕਰਕੇ ਵਾਪਸ ਮੋੜ ਕਰਕੇ ਲਿਆਉਣਾ ਕੀਤੇ। ਵਾਪਸ ਆ ਕਰਕੇ ਗੁਰੂ ਚਰਨਾਂ ਵਿੱਚ ਸੂਰਜਮਲ ਜੀ ਗਏ ਹੈ। ਜਾ ਕਰਕੇ ਪਿਤਾ ਗੁਰੂ ਜੀ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਨੇ ਬਚਨ ਕੀਤੇ ਕਿ ਸੂਰਜਮਲ ਜੀ ਦੱਸੋ, ਗੁਰੂ ਬਣਨਾ ਚਾਹੁੰਦੇ ਹੋ? ਤੇ ਬਾਬਾ ਸੂਰਜਮਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਮੈਂ ਗੁਰਤਾ ਨਹੀਂ ਚਾਹੁੰਦਾ, ਇਹਦਾ ਇਤਨਾ ਵੱਡਾ ਭਾਰ ਮੈਂ ਨਹੀਂ ਬਰਦਾਸ਼ਤ ਕਰ ਸਕਾਂਗਾ। ਜੇ ਤੁਸੀਂ ਟੁੱਟੇ ਹੋ, ਕੇਵਲ ਤੇ ਕੇਵਲ ਮੈਨੂੰ ਆਪਣੇ ਘਰ ਦੀ ਸਿੱਖੀ ਬਖਸ਼ ਦਿਓ, ਸਿੱਖੀ ਬਖਸ਼ ਦਿਓ। ਜਦੋਂ ਹੁਣ ਇਹ ਬਚਨ ਹੋਏ ਨਾ, ਸਤਿਗੁਰੂ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਆਪਣੇ ਸਾਹਿਬਜ਼ਾਦੇ ਤੇ। ਸ਼ਾਬਾਸ਼ ਸ਼ਾਬਾਸ਼ ਕਹਿਣਾ ਕੀਤਾ। ਕਹਿਣ ਲੱਗੇ, ਵਾਹ ਸੂਰਜਮਲ ਬੇਟਾ, ਤੁਸਾਂ ਨੇ ਰੱਖ ਦਿਖਾਣਾ ਕੀਤੀ ਹੈ। ਤੁਸਾਂ ਨੇ ਜਿਹੜੀ ਵਿਗੜੀ ਨਹੀਂ ਸੀ ਨਾ, ਉਹਨੂੰ ਸੰਵਾਰ ਲੈਣਾ ਕੀਤਾ ਹੈ, ਸੰਵਾਰ ਲੈਣਾ ਕੀਤਾ ਹੈ। ਤੇ ਨਾਲ ਹੀ ਸਤਿਗੁਰਾਂ ਨੇ ਜਿੱਥੇ ਇਤਨੀ ਪ੍ਰਸੰਨਤਾ ਵਿੱਚ ਇਹ ਬਚਨ ਕੀਤੇ, ਉੱਥੇ ਸਤਿਗੁਰਾਂ ਨੇ ਬੜੀਆਂ ਸਾਰੀਆਂ ਬਖਸ਼ਾਂ ਦੇ ਕੇ ਤੇ ਸੂਰਜਮਲ ਜੀ ਨੂੰ ਨਿਹਾਲ ਕਰਨਾ ਕੀਤਾ। ਤੇ ਸੂਰਜਮਲ ਜੀ ਨੇ ਆਪਣੀ ਮਾਤਾ ਮਰਵਾਹੀ ਜੀ ਨੂੰ ਜਦੋਂ ਦੱਸਿਆ ਨਾ ਜਾ ਕੇ ਸਭ ਕੁਛ, ਤੇ ਮਾਤਾ ਮਰਵਾਹੀ ਜੀ ਵੀ ਪ੍ਰਸੰਨ ਚਿੱਤ ਹੋ ਕੇ ਟਿਕਾਓ ਵਿੱਚ ਆ ਕੇ ਤੇ ਮਹਿਲਾਂ ਵਿੱਚ ਆਰਾਮ ਦੇ ਨਾਲ ਬੈਠੇ ਹੈ। ਆਓ ਹੁਣ ਇਸ ਤੋਂ ਅੱਗੇ ਇਤਿਹਾਸ ਨੂੰ ਸਰਵਣ ਕਰੀਏ। ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਮਰਵਾਹੀ ਧੀਰ ਕੁਸ਼ ਰਹੀ ਪਾਏ ਘਰ ਮਾਹੇ। ਤਉ ਅਰਕ ਚਿੰਤਾਰ ਦੇ ਜਰੀ ਜਾਤ ਸੋ ਨਾਹੇ। ਕਿ ਇਸ ਤਰ੍ਹਾਂ ਹੁਣ ਮਾਤਾ ਮਰਵਾਹੀ ਜੀ ਨੇ ਆਪਣੇ ਸਾਹਿਬਜ਼ਾਦੇ ਪਾਸੋਂ ਸਭ ਕੁਝ ਸੁਣ ਕਰਕੇ ਨਾ ਤੇ ਧੀਰਜਵਾਨ ਹੋ ਕੇ ਤੇ ਰਹਿਣਾ ਕੀਤਾ ਪਰਿਵਾਰ ਵਿੱਚ। ਇੱਦਾਂ ਕਹਿ ਲਓ ਕਿ ਧੀਰਜ ਆ ਗਿਆ। ਜਿਹੜਾ ਬੜਾ ਗੁੱਸੇ ਦੀ ਲਹਿਰ ਉੱਠੀ ਸੀ ਨਾ ਹਿਰਦੇ ਵਿੱਚ ਕਿ ਸਤਿਗੁਰਾਂ ਨੇ, ਸਵਾਮੀ ਜੀ ਨੇ ਗਲਤ ਕੀਤਾ,
ਪੁੱਤਰਾਂ ਨੂੰ ਛੱਡ ਕੇ ਤੇ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਇਹ ਸ਼ਰੀਕਾਬਾਜੀ ਹੋਵੇਗੀ। ਪਰ ਹੁਣ ਸਤਿਗੁਰਾਂ ਨੇ ਰਹਿਮਤਾਂ ਵਰਤਾ ਕੇ ਕਿਰਪਾ ਦੇ ਘਰ ਵਿੱਚ ਆ ਕਰਕੇ ਤੇ ਧੀਰਜ ਦੇਣਾ ਕੀਤਾ। ਪਰ ਜਿੱਥੇ ਹਿਰਦੇ ਦੇ ਵਿੱਚ ਬਹੁਤ ਵੱਡੀ ਚਿੰਤਾ ਕੀਤੀ ਸੀ ਨਾ ਮਾਤਾ ਮਰਵਾਹੀ ਜੀ ਨੇ, ਉੱਥੇ ਹੁਣ ਸਤਿਗੁਰੂ ਜੀ ਮਹਾਰਾਜ ਦੇ ਵੱਲੋਂ ਦਿੱਤੇ ਹੋਏ ਬਚਨਾਂ ਨੂੰ ਸੁਣ ਕਰਕੇ ਇਹ ਚਿੰਤਾ ਨੂੰ ਦੂਰ ਕਰਨਾ ਕੀਤਾ ਹੈ। ਜਾਣਦੇ ਹੈ ਕਿ ਸਵਾਮੀ ਜੀ ਨੇ ਜੋ ਬਚਨ ਛੱਡ ਦਿੱਤੇ ਨਾ, ਇਹ ਕਦਾਚਿਤ ਵੀ ਖਾਲੀ ਨਹੀਂ ਜਾਂਦੇ। ਇਹ ਤੇ ਸੰਪੂਰਨ ਹੀ ਸੰਪੂਰਨ ਨੇ, ਇਹਨਾਂ ਨੇ ਹੋ ਹੀ ਜਾਣਾ, ਕਦਾਚਿਤ ਇਹ ਖਾਲੀ ਨਹੀਂ ਜਾਣਗੇ। ਤੇ ਜਿਵੇਂ ਜਿਵੇਂ ਸਤਿਗੁਰਾਂ ਨੇ ਬਚਨ ਕੀਤੇ ਐ, ਇਸੇ ਤਰ੍ਹਾਂ ਹੀ ਹੁਣ ਮੇਰੇ ਪੁੱਤਰ ਨੇ, ਮੇਰੇ ਸਾਹਿਬਜ਼ਾਦੇ ਨੇ ਪਿਤਾ ਜੀ ਦੇ ਚਰਨਾਂ ਵਿੱਚੋਂ ਸਭ ਕੁਝ ਪਾ ਲਿਆ, ਅੰਸ ਵੰਸ ਵੀ ਬਹੁਤ ਵਧੇਗੀ। ਸਵਾਮੀ ਜੀ ਨੇ ਇਹ ਬਚਨ ਕਰ ਦਿੱਤੇ ਹੈ। ਇਹ ਸਾਰੀਆਂ ਸੰਗਤਾਂ ਸਾਹਿਬਜ਼ਾਦੇ ਜਾਣ ਕੇ ਬੜੀ ਸਾਰੀ ਪੂਜਾ ਕਰਨਗੀਆਂ ਤੇ ਕਿਸੇ ਤਰ੍ਹਾਂ ਦੀ ਘਾਟ ਨਹੀਂ ਰਹੇਗੀ। ਹਿਰਦੇ ਵਿੱਚ ਪ੍ਰਸੰਨਤਾ ਧਾਰਨ ਕੀਤੀ ਹੈ। ਭੂਰ ਬਸੂਰਤ ਵਿਪਰ ਹੋਵਾ, ਸ਼ੂਸ਼ਾ ਆਪਨ ਪੁੱਤਰ ਕੋ ਜੋਵਾ। ਗੁਰਤਾ ਲਹੀ ਸ਼ਰੀਕ ਬਚਾਰੈ, ਹਮ ਨਿਰਬਲ ਹੋਏ ਸੋ ਬਲ ਧਾਰੈ। ਕਿਉਂਕਿ ਘਬਰਾ ਕਰਕੇ ਮਨ ਦੇ ਵਿੱਚ ਬੜੀ ਉਲਟੀ ਜੀ ਗੱਲ ਸੋਚਣਾ ਕੀਤੀ ਸੀ। ਮਰਵਾਹੀ ਜੀ ਨੇ ਇਹ ਗੱਲ ਸੁਣ ਕੇ ਨਾ ਬੜਾ ਘਬਰਾਉਣਾ ਕੀਤਾ, ਬੜਾ ਗੁੱਸੇ ਵਿੱਚ ਆਏ। ਸਤਿਗੁਰਾਂ ਦੇ ਲਾਗੇ ਪਹੁੰਚ ਕਰਕੇ ਕਈ ਤਰ੍ਹਾਂ ਦੀਆਂ ਵਾਧ ਘਾਟ ਦੀਆਂ ਗੱਲਾਂ ਕੀਤੀਆਂ, ਪਰ ਸਤਿਗੁਰਾਂ ਨੇ ਧੀਰਜ ਦੇਣਾ ਕੀਤਾ। ਮਰਵਾਹੀ ਜੀ, ਤੁਸੀਂ ਕਿਉਂ ਬਿਰਤੀ ਨੂੰ ਉਖਾੜਨਾ ਕਰਦੇ ਹੋ? ਕਿਉਂ ਉਖਾੜਨਾ ਕਰਦੇ ਹੋ? ਇਹ ਪਰਮੇਸ਼ਰ ਦੇ ਵੱਸ ਵਿੱਚ ਹੈ। ਗੁਰਤਾ ਗੱਦੀ ਜਿਨ੍ਹਾਂ ਦੇ ਭਾਗ ਵਿੱਚ ਹੈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ, ਇਹ ਸਾਡੇ ਵੱਸ ਵੀ ਨਹੀਂ। ਪਰ ਤੁਹਾਡੇ ਸਾਹਿਬਜ਼ਾਦਿਆਂ ਦਾ ਵੀ ਬੜਾ ਵੱਡਾ ਆਨੰਦ ਬਣਿਆ ਰਹੇਗਾ। ਪਰ ਹੁਣ ਮਰਵਾਹੀ ਜੀ ਨੇ ਜਦੋਂ ਆਪਣੇ ਪੁੱਤਰ ਨੂੰ ਖਾਲੀ ਦੇਖਿਆ ਨਾ, ਗੁਰਤਾ ਗੱਤੀ ਵਾਲੇ ਪਾਸੇ ਤੋਂ ਖਾਲੀ ਦੇਖਿਆ, ਤੇ ਮਨ ਦੇ ਵਿੱਚ ਇਹ ਸੋਚਿਆ ਕਿ ਸ਼ਰੀਕ ਨੂੰ ਗੁਰਤਾ ਗੱਦੀ ਦੇ ਦਿੱਤੀ। ਬਾਬਾ ਗੁਰਦਿੱਤਾ ਜੀ ਤੇ ਪਰਲੋਕ ਗਮਨ ਕਰ ਗਏ, ਅੱਗੇ ਉਹਨਾਂ ਦੇ ਪੁੱਤਰ ਨੂੰ ਗੁਰਤਾ ਗੱਦੀ ਦੇ ਦਿੱਤੀ। ਪਰ ਗੁਰਦਿੱਤਾ ਜੀ ਤੋਂ ਬਾਅਦ ਮੇਰੇ ਸਾਹਿਬਜ਼ਾਦੇ ਦੀ ਵਾਰੀ ਬਣਦੀ ਸੀ ਗੁਰਤਾ ਗੱਦੀ ਲੈਣ ਦੇ। ਪਰ ਸਤਿਗੁਰਾਂ ਨੇ ਪੋਤਰੇ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰ ਦਿੱਤਾ। ਇਹ ਸ਼ਰੀਕੇਬਾਜੀ ਕਰੇਗਾ, ਸ਼ਰੀਕੇਬਾਜੀ ਕਰੇਗਾ। ਇਹ ਗੱਲ ਵਿਚਾਰ ਕਰਕੇ ਤੇ ਗੁੱਸਾ ਕਰਨਾ ਕੀਤਾ ਤੇ ਮਨ ਦੇ ਵਿੱਚ ਸੋਚਦੀ ਸੀ ਕਿ ਸਾਰਿਆਂ ਪਾਸਿਆਂ ਤੋਂ ਨਿਰਬਲ ਹੋ ਗਏ। ਬੱਚੇ ਨੇ ਕੋਈ ਕੰਮ ਕਰਨਾ ਵੀ ਨਹੀਂ ਸਿੱਖਿਆ, ਸਦਾ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਤੇ ਆਨੰਦ ਲੈਣਾ ਕੀਤਾ ਸੀ। ਪਰ ਹੁਣ ਜਦੋਂ ਪਿਤਾ ਜੀ ਪਰਲੋਕ ਗਮਨ ਕਰ ਜਾਣਗੇ ਤੇ ਫੇਰ ਪੁੱਤਰ ਕਿੱਥੋਂ ਕਾਏਗਾ? ਕਮਾਈ ਨਹੀਂ ਕਰਨ ਜੋਗਾ ਕੋਈ, ਨਾ ਕੋਈ ਕੰਮਕਾਰ ਸਿੱਖਣਾ ਕੀਤਾ। ਇਹਨਾਂ ਗੱਲਾਂ ਨੂੰ ਲੈ ਕੇ ਤੇ ਮਨ ਦੇ ਵਿੱਚ ਦੁੱਖ ਮਨਾਣਾ ਕੀਤਾ ਤੇ ਦੁੱਖ ਮਨਾ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਣਾ ਕੀਤਾ। ਤੇ ਫਿਰ ਗੁੱਸਾ ਵੀ ਇਤਨਾ ਕਰ ਲਿਆ, ਆਪਣਾ ਸਮਾਨ ਗੜਬਹਿਲਾਂ ਤੇ ਲੱਦ ਕੇ ਤੇ ਕੀਰਤਨਪੁਰ ਸਾਹਿਬ ਨੂੰ ਛੱਡਣ ਦੇ ਵਿਚਾਰ ਬਣਾ ਲਏ, ਵਿਚਾਰ ਬਣਾ ਲਏ। ਕਿਉਂਕਿ ਗੁਰੂ ਪਿਆਰ ਵਾਲਿਓ, ਹੰਕਾਰ ਤੇ ਕ੍ਰੋਧ ਜਿਹੜਾ ਹੈ ਨਾ, ਇਹ ਬੰਦੇ ਨੂੰ ਸਾਰਿਆਂ ਪਾਸਿਆਂ ਤੋਂ ਹੀ ਨਾ ਗਲਤ ਰਸਤੇ ਵੱਲ ਪਾ ਦਿੰਦਾ ਹੈ। ਇਦਾਂ ਕਹਿ ਲਓ ਕਿ ਇਹ ਮੱਤ ਜੀ ਬਚਲਾ ਦਿੰਦਾ ਹੈ ਬੰਦੇ ਦੀ, ਹੰਕਾਰ ਵੀ ਤੇ ਕ੍ਰੋਧ ਵੀ। ਜਦੋਂ ਬੰਦਾ ਗੁੱਸੇ ਵਿੱਚ ਆ ਜਾਏ ਨਾ, ਫਿਰ ਉਹਨੂੰ ਕੁਛ ਵੀ ਸੁਝਦਾ ਨਹੀਂ। ਇਤਨਾ ਹੀ ਗੁੱਸਾ ਆ ਗਿਆ, ਇਤਨਾ ਹੀ ਗੁੱਸਾ ਆ ਗਿਆ, ਕੀਰਤਨਪੁਰ ਸਾਹਿਬ ਛੱਡਣ ਦੀ ਗੱਲ ਵਿਚਾਰ ਲਈ ਸਾਹਿਬਜ਼ਾਦੇ ਨੂੰ ਲਾਗੇ ਬੁਲਾ ਲਿਆ। ਕਿਹਾ ਕਿ ਪੁੱਤਰਾ, ਆਪਾਂ ਇੱਥੇ ਨਹੀਂ ਹੁਣ ਰਹਿਣਾ, ਜਿੱਥੇ ਗੁਜ਼ਾਰਾ ਹੋਏਗਾ ਉੱਥੇ ਜਾ ਕਰਕੇ ਕਰ ਲਵਾਂਗੇ। ਪਰ ਜਦੋਂ ਸਤਿਗੁਰਾਂ ਨੂੰ ਪਤਾ ਲੱਗਿਆ, ਬਾਬਾ ਭਾਨਾ ਜੀ ਨੂੰ ਭੇਜਿਆ ਪਿੱਛੇ ਤੇ ਵਾਪਸ ਲਿਆਉਣਾ ਕੀਤਾ ਹੈ। ਕੰਤ ਸ਼ਰੀਰ ਕਿਤਕ ਦਿਨ ਕੇਰਾ, ਵਦੇ ਉਤਾਇਲ ਪਿਛੇ ਝੇਰਾ। ਨਿਸ ਦਿਨ ਗਿਨੈ ਗਟੀ ਇਤਿਆਦ, ਸੋਚਤ ਸੋਚਨ ਹੋਏ ਬਿਸਮਾਦ। ਕਿ ਮਨ ਦੇ ਵਿੱਚ ਇਹ ਵਿਚਾਰ ਸੀ ਕਿ ਸਵਾਮੀ ਜੀ ਨੇ ਆਪਣੇ ਸਰੀਰ ਦਾ ਅੰਤ ਜਾਣ ਕੇ
ਫੇਰ ਹੀ ਗੁਰਤਾ ਗੱਦੀ ਅੱਗੇ ਦੇਣਾ ਕੀਤੀ ਹੈ। ਤੇ ਵੱਧ ਤੋਂ ਵੱਧ 2-4 ਦਿਨ ਸੁਆਮੀ ਜੀ ਸਰੀਰ ਕਰਕੇ ਸਾਡੇ ਪਾਸ ਨੇ, ਉਸ ਤੋਂ ਬਾਅਦ ਪਰਲੋਕ ਗਮਨ ਕਰ ਜਾਣਗੇ। ਤੇ ਜਦੋਂ ਪਤੀ ਜੀ ਪਰਲੋਕ ਗਮਨ ਕਰ ਗਏ, ਸੁਆਮੀ ਜੀ ਪਰਲੋਕ ਗਮਨ ਕਰ ਗਏ, ਫਿਰ ਸਾਨੂੰ ਕਿਵੇਂ ਸੁਖ ਦੀ ਪ੍ਰਾਪਤੀ ਹੋਏਗੀ। ਬਰਵਾਹੀ ਜੀ ਦੇ ਸੋਚਣ ਦਾ ਮਤਲਬ ਇਹ ਸੀ ਕਿ ਜਿਤਨਾ ਚਿਰ ਸਾਡੇ ਸੁਆਮੀ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਬੀੜੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਉਹ ਸਿਰ ਤੇ ਨੇ, ਉਹ ਸਰੀਰ ਕਰਕੇ ਨਾ, ਇਹ ਸਾਰੇ ਸੁਖ ਤੇ ਉਹਨਾਂ ਦੇ ਚਰਨਾਂ ਵਿੱਚੋਂ ਹੀ ਮਿਲਨੇ ਆ। ਜਦੋਂ ਸਰੀਰ ਕਰਕੇ ਚਲੇ ਗਏ, ਪਰਲੋਕ ਗਮਨ ਕਰ ਗਏ, ਸ੍ਰੀ ਹਰਿ ਰਾਏ ਜੀ ਤੇ ਸ਼ਰੀਕਾ ਬਾਜੀ ਨਾ ਕਿਤੇ ਵਿੱਢ ਲੈਣ, ਸਾਨੂੰ ਕਹਿ ਦੇਣ ਕਿ ਬਈ ਅਸੀਂ ਇਹ ਸਾਰੇ ਕੁਛ ਦੇ ਹੁਣ ਮਾਲਕ ਆ, ਤੁਸੀਂ ਆਪਣਾ ਕੰਮਕਾਰ ਕਰੋ। ਇਹਨਾਂ ਗੱਲਾਂ ਨੂੰ ਵਿਚਾਰ ਕਰਕੇ ਤੇ ਗੁੱਸੇ ਵਿੱਚ ਆਉਣਾ ਕੀਤਾ ਸੀ। ਤੇ ਇਹੀ ਮਨ ਦੇ ਵਿੱਚ ਵਿਚਾਰ ਕਰਨਾ ਕੀਤੀ ਹੈ ਕਿ ਫੇਰ ਸਾਡਾ ਇਹਨਾਂ ਦੇ ਨਾਲ ਝਗੜਾ ਵੱਧ ਜਾਏਗਾ, ਝਗੜਾ ਵੱਧ ਜਾਏਗਾ। ਜਦੋਂ ਸੁਆਮੀ ਜੀ ਸਰੀਰ ਕਰਕੇ ਚਲੇ ਗਏ, ਦਿਨ ਰਾਤ ਮਨ ਦੇ ਵਿੱਚ ਇਹ ਚਿੰਤਾ ਹੀ ਵੱਡ ਵੱਡ ਖਾਂਦੀ ਹੈ। ਦਿਨ ਰਾਤ ਚਿੰਤਾ ਵੱਡ ਵੱਡ ਕੇ ਖਾਂਦੀ ਸੀ। ਬੜੀਆਂ ਸਾਰੀਆਂ ਗਿਣਤੀਆਂ ਮਿੰਤੀਆਂ ਗਿਣਦੀ, ਸੋਚਦੀ ਚਿੰਤਾ ਦੇ ਵਹਿਣ ਵਿੱਚ ਬਹਿ ਜਾਂਦੀ। ਇੱਕ ਗੱਲ ਯਾਦ ਰੱਖੀਏ ਗੁਰੂ ਪਿਆਰ ਵਾਲਿਓ, ਜਦੋਂ ਮਨੁੱਖ ਤੇ ਚਿੰਤਾ ਹਾਵੀ ਹੋ ਜਾਏ ਨਾ, ਫਿਰ ਤੇ ਰੱਬ ਹੀ ਰੱਖ ਹੈ। ਬੰਦਾ ਜਦੋਂ ਇਕੱਲਾ ਬੈਠਾ ਹੋਏ, ਇਹ ਪਾਗਲਾਂ ਵਰਗਾ ਹਾਲਾਤ ਹੋ ਜਾਂਦੇ ਹੈ ਕਿ ਸੋਚਦਾ ਚਿੰਤਾ ਦੀ ਨਦੀ ਵਿੱਚ ਬਹਿ ਤੁਰਦਾ। ਰੱਬ ਨਾ ਕਰੇ ਕਿਸੇ ਦੇ ਪੱਲੇ ਚਿੰਤਾ ਨਾ ਪਵੇ। ਚਿੰਤਾ ਸਿਆਣੇ ਕਹਿੰਦੇ ਕਿ ਚਿਖਾ ਬਰੋਬਰ ਹੈ। ਹੁਣ ਮਾਤਾ ਮਰਵਾਹੀ ਜੀ ਦਿਨ ਰਾਤ ਇੱਕੋ ਹੀ ਗੱਲ ਮਨ ਦੇ ਵਿੱਚ ਘੁੰਮਦੀ ਹੈ ਕਿ ਪਤਾ ਨਹੀਂ ਸ੍ਰੀ ਹਰਿ ਰਾਏ ਜੀ ਜਦੋਂ ਧੀਰਮਲ ਨੇ ਘੱਟ ਨਹੀਂ ਕੀਤੀ, ਅਲੱਗ ਇੱਕ ਪਿੰਡ ਲੈ ਕੇ ਤੇ ਕਬਜ਼ਾ ਕਰ ਲਿਆ, ਸ੍ਰੀ ਗ੍ਰੰਥ ਸਾਹਿਬ ਨਹੀਂ ਦੇਣਾ ਕੀਤਾ, ਸਤਿਗੁਰਾਂ ਦੀ ਪ੍ਰਵਾਹ ਨਹੀਂ ਕੀਤੀ, ਤੇ ਸਾਡੀ ਪ੍ਰਵਾਹ ਕਿੱਥੋਂ ਕਰੇਗਾ। ਉਹਦਾ ਹੀ ਛੋਟਾ ਭਰਾ ਗੁਰਤਾ ਗੱਦੀ ਤੇ ਬਿਠਾ ਦਿੱਤਾ, ਉਹਦਾ ਹੀ ਛੋਟਾ ਭਰਾ ਗੁਰਤਾ ਗੱਦੀ ਤੇ ਬਿਠਾ ਦਿੱਤਾ। ਮਨ ਦੀਆਂ ਗੱਲਾਂ ਇਦਾਂ ਵਿਚਾਰ ਕੇ ਬੜੀ ਚਿੰਤਾ ਜੀ ਵਧਾ ਕਰਕੇ ਤੇ ਫਿਰ ਹੈਰਾਨ ਹੋਈ ਜਾਂਦੇ ਐ। ਕਹਾਂ ਹੋਤੀ ਅਬ ਕਿਆ ਹੋਈ ਜੈ ਹੈ, ਕੰਤ ਪ੍ਰਭੂ ਬਿਨ ਕਿਮ ਸੁਖ ਐ ਹੈ, ਕਿ ਹੁਣ ਅਸੀਂ ਕਿਸ ਜਗ੍ਹਾ ਤੇ ਸੀ ਤੇ ਹੁਣ ਕਿੱਥੇ ਜਾਵਾਂਗੇ ਇਸ ਤੋਂ ਬਾਅਦ। ਕਹਿਣ ਦਾ ਮਤਲਬ ਕਿ ਰਾਜ ਭਾਗ ਦੇ ਅਸੀਂ ਮਾਲਕ ਸੀ, ਸੁਆਮੀ ਜੀ ਦੇ ਹੁੰਦੇ ਰਾਜ ਭਾਗ ਦੇ ਮਾਲਕ, ਤੇ ਜਦੋਂ ਉਹ ਪਰਲੋਕ ਗਮਨ ਕਰ ਗਏ, ਇਹ ਸਾਰਾ ਕੁਛ ਸ੍ਰੀ ਹਰਿ ਰਾਏ ਜੀ ਇਹਨਾਂ ਦਾ ਮਾਲਕ ਬਣ ਗਿਆ। ਮਾਲਕ ਬਣ ਜਾਣਗੇ ਜਦੋਂ ਗੁਰਤਾ ਗੱਦੀ ਤੇ ਬਿਠਾ ਦਿੱਤਾ, ਤੇ ਆਪਣੇ ਭਰਾ ਵਾਂਗ ਇਹ ਵੀ ਸਾਡੇ ਨਾਲ ਸ਼ਰੀਕੇਬਾਜ਼ੀ ਕਰੇਗਾ, ਤੇ ਫਿਰ ਕਿਵੇਂ ਸੁਖ ਪ੍ਰਾਪਤ ਹੋਏਗਾ, ਕਿਵੇਂ ਸੁਖ ਪ੍ਰਾਪਤ ਹੋਏਗਾ। ਮਾਤਾ ਮਰਵਾਹੀ ਜੀ ਦਾ ਵਰਤਾਂਤ ਇਹ ਜਿਤਨਾ ਵੀ ਸੀ ਨਾ, ਫਿਰ ਸਤਿਗੁਰਾਂ ਨੇ ਇਹ ਚਿੰਤਾ ਜਿਹੜੀ ਦੂਰ ਕਰਨਾ ਕੀਤੀ। ਬਾਬਾ ਭਾਨਾ ਜੀ ਵਾਪਸ ਮੋੜ ਕੇ ਲਿਆਏ ਤੇ ਬਿਠਾ ਕੇ ਤੇ ਬੜੇ ਸੋਹਣੇ ਢੰਗ ਦੇ ਨਾਲ ਸਤਿਗੁਰਾਂ ਨੇ ਧੀਰਜ ਦੇ ਕੇ ਤੇ ਬਿਠਾਣਾ ਕੀਤਾ। ਜਿਵੇਂ ਜਿਵੇਂ ਸੂਰਜਮਲ ਜੀ ਦੇ ਨਾਲ ਬਚਨ ਕੀਤੇ ਨਾ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦੇ ਨਾਲ, ਤੇ ਇਹਨਾਂ ਨੇ ਸ਼ਾਂਤ ਚਿੱਤ ਹੋਣਾ ਕੀਤਾ, ਸ਼ਾਂਤ ਹੋ ਕੇ ਤੇ ਬੈਠਣਾ ਕੀਤਾ ਹੈ। ਸੁਨੋ ਨਾਨਕੀ ਜਿਮ ਚਿਤ ਚਾਹੀ, ਕਿ ਜਦੋਂ ਮਰਵਾਹੀ ਜੀ ਨੂੰ ਧੀਰਜ ਦੇਣਾ ਕੀਤਾ ਨਾ, ਉਸ ਤੋਂ ਬਾਅਦ ਮਾਤਾ ਨਾਨਕੀ ਜੀ ਵੀ ਆ ਗਏ। ਹੁਣ ਉਹਨਾਂ ਦਾ ਵੀ ਸੁਪੁੱਤਰ ਹੈ ਸ੍ਰੀ ਤੇਗ ਬਹਾਦਰ ਜੀ, ਜਿਹੜੇ ਕਿ ਸਾਧੂ ਸੁਭਾਅ ਨੇ, ਮਸਤਾਨੇ ਦੀਵਾਨੇ ਹੈ, ਕਦੀ ਕਿਸੇ ਨਾਲ ਬੋਲਦੇ ਨਹੀਂ, ਮਸਤ ਚਾਲ ਦੇ ਵਿੱਚ ਰਹਿਣਾ ਕਰਦੇ ਹੈ, ਕਿਸੇ ਤਰ੍ਹਾਂ ਦਾ ਕੋਈ ਫਿਕਰ ਫਾਕਾ ਨਹੀਂ, ਮਸਤ ਨੇ। ਤੇ ਹੁਣ ਨਾਨਕੀ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਹੈ ਕਿ ਇੱਕ ਸਾਹਿਬਜ਼ਾਦਾ ਅਟਲ ਰਾਏ ਜੀ ਜੋ ਕਿ ਪਰਲੋਕ ਗਮਨ ਕਰ ਗਏ ਜਵਾਨੀ ਅਵਸਥਾ ਵਿੱਚ ਹੈ, ਪਹਿਲੇ ਉਸ ਪੁੱਤਰ ਦਾ ਬੜਾ ਵੱਡਾ ਹਿਰਦੇ ਵਿੱਚ ਦੁੱਖ ਹੈ, ਜਵਾਨ ਪੁੱਤਰ ਚਲਿਆ ਗਿਆ। ਕਿਉਂਕਿ ਬਾਬਾ ਅਟਲ ਰਾਏ ਜੀ ਨੇ ਤੁਸੀਂ ਪਿੱਛੇ ਸੁਣ ਚੁੱਕੇ ਹੋ ਨਾ,
ਆਪਣੇ ਸਾਥੀ ਬਾਬਾ ਮੋਹਨ ਜੀ ਨੂੰ ਸਰਜੀਤ ਕੀਤਾ ਸੀ ਮੀਟੀ ਲੈਣ ਵਾਸਤੇ, ਖਿੱਦੋ ਖੂੰਡੀ ਖੇਡਦੇ ਤੇ ਹੋਰ ਵੀ ਸੰਗਤਾਂ ਦੀਆਂ ਬੜੀਆਂ ਮੁਰਾਦਾਂ ਪੂਰੀਆਂ ਕਰਦੇ। ਜਿਤਨੇ ਵੀ ਸ਼ਾਹੂਕਾਰ ਸੀ ਘੇਰ ਘੇਰ ਕੇ ਪ੍ਰਸੰਨ ਕਰਕੇ ਨਾ ਬਾਬਾ ਟਲ ਰਾਏ ਜੀ ਤੋਂ ਬਚਨ ਲੈਂਦੇ, ਤੇ ਜਿਹੜੇ ਬਚਨ ਛੱਡਦੇ ਨਾ ਬਾਬਾ ਟਲ ਰਾਏ ਜੀ ਉਹ ਸੰਪੂਰਨ ਹੋ ਜਾਂਦੇ। ਆਪਣੇ ਸਾਥੀ ਨੂੰ ਸਰਜੀਤ ਕਰ ਦਿੱਤਾ। ਸਤਿਗੁਰਾਂ ਨੂੰ ਪਤਾ ਲੱਗਿਆ ਤੇ ਸਤਿਗੁਰੂ ਜੀ ਗੁੱਸੇ ਹੋਏ, ਤੇ ਗੁੱਸੇ ਵਿੱਚ ਹੋ ਕੇ ਤੇ ਸਤਿਗੁਰਾਂ ਨੇ ਕਿਹਾ, ਟਲ ਰਾਏ ਜੀ ਤੁਸਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਮਰਜ਼ਾਦਾ ਭੰਗ ਕਰਨਾ ਕੀਤੀ ਹੈ, ਜਾਂ ਤੁਸੀਂ ਸਰੀਰ ਕਰਕੇ ਰਹੋ ਤੇ ਜਾਂ ਅਸੀਂ ਸਰੀਰ ਕਰਕੇ ਰਹਾਂਗੇ, ਇੱਕ ਜਣੇ ਨੂੰ ਜਾਣਾ ਪਵੇਗਾ। ਤੇ ਬਾਬਾ ਟਲ ਰਾਏ ਜੀ ਨੇ ਕੋਈ ਮੋੜਵਾਂ ਜਵਾਬ ਨਹੀਂ ਦੇਣਾ ਕੀਤਾ। ਦੋਨੋਂ ਹੱਥ ਜੋੜ ਕੇ ਨਾ ਪਿਤਾ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ, ਪਿਛਲੇ ਪੈਰੀ ਮੁੜਦੇ ਗਏ ਤੇ ਬੀਬੀ ਕੌਲਾਂ ਜੀ ਦੇ ਅਸਥਾਨ ਵਾਲੇ ਪਾਸੇ ਜਾ ਕੇ ਇਸ਼ਨਾਨ ਕਰਕੇ ਸਰੋਵਰ ਵਿੱਚ ਜਪਜੀ ਦਾ ਜਾਪ ਕਰਕੇ ਚਿੱਟਾ ਚਾਦਰਾ ਤਾਣ ਕੇ ਪੈ ਗਏ ਤੇ ਆਪਣੇ ਸਵਾਸ ਅਡੋਲ ਖਿੱਚਣਾ ਕੀਤੇ ਆ, ਪ੍ਰਾਣ ਤਿਆਗ ਦਿੱਤੇ। ਤੇ ਜਦੋਂ ਪਤਾ ਲੱਗਿਆ ਨਾ ਗੁਰੂ ਮਹਿਲਾਂ ਵਿੱਚ ਬੜਾ ਵਰਲਾਪ ਹੋਣਾ ਕੀਤਾ, ਬਹੁਤ ਵਰਲਾਪ ਹੋਇਆ। ਮਾਤਾ ਨਾਨਕੀ ਜੀ ਪੁੱਤਰ ਨੂੰ ਆਵਾਜ਼ਾਂ ਮਾਰਦੀ ਹੈ, ਆਵਾਜ਼ਾਂ ਮਾਰਦੀ ਹੈ, ਪਰ ਹੁਣ ਪੁੱਤਰ ਪਰਲੋਕ ਗਮਨ ਕਰ ਗਿਆ। ਜਿਹੜਾ ਚਲਿਆ ਜਾਏ ਗੁਰੂ ਪਿਆਰ ਵਾਲਿਓ, ਕਦੋਂ ਆਉਂਦਾ ਵਾਪਸ? ਨਹੀਂ। ਪਰ ਸਤਿਗੁਰੂ ਜੀ ਮਹਾਰਾਜ ਫਿਰ ਇੱਥੇ ਬੜੀਆਂ ਸਾਰੀਆਂ ਬਖਸ਼ਾਂ ਦੇਣੀਆਂ ਕੀਤੀਆਂ ਟਲ ਰਾਏ ਜੀ ਨੂੰ। ਅੱਜ ਆਪਾਂ ਜਾਂਦੇ ਆ ਨਾ ਸ੍ਰੀ ਅੰਮ੍ਰਿਤਸਰ ਵਿਖੇ, ਤੇ ਸਤਿਗੁਰਾਂ ਨੇ ਇਹ ਬਚਨ ਕਰ ਦਿੱਤੇ, ਅਟਲ ਰਾਏ ਜੀ ਦੇ ਸਥਾਨ ਤੇ ਜਿਹੜੇ ਪਹੁੰਚਣਗੇ ਉਹਨਾਂ ਦੀ ਯਾਤਰਾ ਸਫਲ ਹੋਏਗੀ। ਜਿੱਥੇ ਆਪਾਂ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਦੇ ਦਰਸ਼ਨ ਦਿਦਾਰੇ ਕਰਦੇ ਆ, ਉੱਥੇ ਬਾਬਾ ਅਟਲ ਰਾਏ ਜੀ ਦੀ ਵੀ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਦੇ ਆ, ਜਿੱਥੋਂ ਕਿ ਛੇਵੇਂ ਪਾਤਸ਼ਾਹ ਦੀਆਂ ਬੜੀਆਂ ਸਾਰੀਆਂ ਬਖਸ਼ਾਂ ਮਿਲਦੀਆਂ ਗੁਰੂ ਪਿਆਰ ਵਾਲਿਓ। ਉਸ ਗੱਲ ਨੂੰ ਯਾਦ ਕਰਕੇ ਨਾ ਮਾਤਾ ਨਾਨਕੀ ਜੀ ਇਹ ਵੀ ਸਤਿਗੁਰਾਂ ਦੇ ਨਾਲ ਰੋਸ ਦਿਖਾਉਣ ਵਾਸਤੇ ਆ ਗਏ ਕਿ ਇੱਕ ਤਾਂ ਪੁੱਤਰ ਪਹਿਲੋਂ ਅਕਾਲ ਗਮਨ ਕਰ ਗਿਆ, ਇਹਨਾਂ ਦੇ ਵਚਨ ਮੰਨ ਕੇ ਉਹਦਾ ਹਿਰਦੇ ਵਿੱਚ ਦੁੱਖ ਸੀ, ਤੇ ਦੂਸਰਾ ਪੁੱਤਰ ਮਸਤਾਨਾ ਜਿਹਾ ਕੋਈ ਕੰਮਕਾਰ ਨਹੀਂ ਕਰਦਾ, ਤੇ ਹੁਣ ਕੀ ਬਣੇਗਾ? ਸਵਾਮੀ ਜੀ ਤੇ ਪਰਲੋਕ ਗਮਨ ਕਰ ਜਾਣਗੇ 2-4 ਦਿਨਾਂ ਦੇ ਅੰਦਰ, ਤੇ ਇਹ ਕਹਾਣੀ ਪੁੱਠੀ ਹੋ ਜਾਏਗੀ। ਆਤ ਚਿੰਤਾ ਤਰ ਭਈ ਵਿਚਾਰੀ, ਔਚਕ ਕਹਾਂ ਕੰਤ ਕਿਰਤਕਾਰੀ, ਪੁੱਤਰ ਗਰੀਬ ਨਾ ਜਾਣੇ ਕਾਊ, ਸਦਾ ਮਸਤ ਜਿਮ ਸਰਲ ਸੁਭਾਉ। ਹੁਣ ਵਿਚਾਰੀ ਨਾਨਕੀ ਜੀ ਬੜੀ ਫਿਕਰਮੰਦ ਹੋ ਗਈ ਹੈ, ਇਹਦੇ ਮਨ ਦੇ ਵਿੱਚ ਵੀ ਬੜੀ ਚਿੰਤਾ। ਅਚਾਨਕ ਪਤੀ ਦੇਵ ਨੇ ਇਹ ਕੀ ਕੰਮ ਕਰ ਦਿੱਤਾ ਕਿ ਜਿਹੜੀ ਗੱਲ ਦਾ ਪਤਾ ਸੁਰ ਨਹੀਂ ਸੀ ਕਿ ਉਹ ਕਹਾਣੀ ਹੋਣਾ ਕੀਤੀ ਕਿ ਪੋਤਰੇ ਨੂੰ ਗੁਰਤਾ ਗੱਦੀ ਦੇਣਾ ਕੀਤੀ ਹੈ, ਤੇ ਦੂਸਰੇ ਪਾਸੇ ਮੇਰਾ ਪੁੱਤਰ ਤੇ ਗਰੀਬ ਜਿਹਾ ਮਸਤਾਨਾ ਹੈ, ਮਸਤ ਸੁਭਾਅ ਹੈ, ਜਿਵੇਂ ਕਿ ਸਰਲ ਸੁਭਾਅ ਹੈ ਤੇ ਸਦਾ ਹੀ ਮਸਤ ਰਹਿੰਦਾ ਹੈ, ਕਿਸੇ ਤਰ੍ਹਾਂ ਦਾ ਵਲ ਛਲ ਨਹੀਂ ਹੈਗਾ, ਹਿਰਦੇ ਵਿੱਚ ਕੋਈ ਵਲ ਛਲ ਨਹੀਂ ਹੈਗਾ, ਸਾਧੂ ਬਿਰਤੀ ਹੈ। ਜੇ ਕਿਸੇ ਨੇ ਬੁਲਾ ਲਿਆ ਤੇ ਬੋਲ ਪਏ, ਜੇ ਕਿਸੇ ਨੇ ਕੁਝ ਪੁੱਛ ਲਿਆ ਤੇ ਦਰਸਾ ਦਿੱਤਾ, ਨਹੀਂ ਤੇ ਬਸ ਮਸਤ ਹੋ ਕਰਕੇ ਪਰਿਵਾਰ ਦੇ ਵਿੱਚ ਵਿਚਰਨਾ ਕਰਦੇ ਹਨ। ਜਗ ਕੇ ਚਤਰਾਈ ਵਿਵਹਾਰੇ, ਕਬ ਨਾ ਆਜ ਲਗ ਅੰਗੀਕਾਰੇ, ਕਿਸਮ ਸੰਸੋ ਮੇਲ ਨ ਠਾਨਾ, ਆਪ ਦਰਬ ਜਿਨੋ ਕੇ ਪਾਨਾ। ਕਿ ਜਗਤ ਦੇ ਜਿਹੜੀ ਚਤਰਾਈ ਦੇ ਵਿਵਹਾਰ ਨੇ ਨਾ, ਉਹ ਤੇ ਪੁੱਤਰ ਦੇ ਪਾਸ ਹੈ ਹੀ ਨਹੀਂ। ਜਿਵੇਂ ਜਗਤ ਵਾਲੇ ਲੋਕ ਵਿਵਹਾਰ ਕਰਦੇ ਐ, ਉਸ ਪਾਸੇ ਤੇ ਸੁਰਤੀ ਬਿਰਤੀ ਜੋੜਨਾ ਹੀ ਨਹੀਂ ਕੀਤੀ। ਅੱਜ ਤੱਕ ਕਦੀ ਵੀ ਕੁਛ ਅੰਗੀਕਾਰ ਨਹੀਂ ਕਰਨਾ ਕੀਤਾ। ਕਹਿਣ ਦਾ ਭਾਵ ਕਿ ਕੁਛ ਵੀ ਸਵਾਮੀ ਜੀ ਪਾਸੋਂ ਮੰਗਣਾ ਨਹੀਂ ਕੀਤਾ, ਤੇ ਨਾ ਹੀ ਕਿਸੇ ਮਸੰਦ ਦੇ ਨਾਲ ਮੇਲ ਜੋਲ ਕਰਨਾ ਕੀਤਾ। ਕਹਿਣ ਦਾ ਭਾਵ ਕਿ ਜਿਤਨੇ ਵੀ ਮਸੰਦ ਜਥੇਦਾਰ ਇਲਾਕਿਆਂ ਦੇ ਬਣਾਏ ਨੇ, ਕਿਸੇ ਨਾਲ ਜਾਣ ਪਛਾਣ ਵੀ ਨਹੀਂ ਇਹਨੇ ਤੇ ਕੀਤੀ, ਤੇ ਕੋਈ ਇਹਦੇ ਨਾਲ ਮੇਲ ਜੋਲ ਰੱਖਦਾ ਨਹੀਂ ਕਿ ਜਿਨ੍ਹਾਂ ਦੇ ਹੱਥਾਂ ਵਿੱਚੋਂ ਸਭ ਕੁਝ ਆਉਂਦਾ ਜਾਂਦਾ ਹੈ,
ਕਿ ਜੇ ਭਲਾ ਪੁੱਤਰ ਉਹਨਾਂ ਨਾਲ ਕੋਈ ਵਿਵਹਾਰ ਬਣਾ ਕੇ ਰੱਖਦਾ ਤੇ ਹੋ ਸਕਦਾ ਸੀ ਕੋਈ ਕਹਾਣੀ ਸਹੀ ਹੁੰਦੀ। ਇਹ ਤੇ ਹੁਣ ਕੋਈ ਕੰਮਕਾਰ ਵੀ ਨਹੀਂ ਜਾਣਦਾ ਤੇ ਨਾ ਹੀ ਕਿਸੇ ਦੇ ਨਾਲ ਮੇਲ ਮਿਲਾਪ ਕੀਤਾ। ਸਵਾਮੀ ਜੀ ਦੀ ਕਿਰਪਾ ਦੇ ਨਾਲ ਮਸਤ ਹੋ ਕੇ ਇਹ ਸਾਰੀ ਉਮਰ ਹੀ ਹੁਣ ਜਿਤਨਾ ਇਹਨੇ ਨਿਭਾਣਾ ਕੀਤੀ ਹੈ, ਇਹ ਵਿਚਾਰ ਇਹ ਪਰਿਵਾਰ ਦੇ ਵਿੱਚ ਵਿਚਰਦਾ ਰਿਹਾ। ਮਨ ਨੂੰ ਨਾ ਚਿੰਤਾ ਲੱਗ ਗਈ ਨਾਨਕੀ ਜੀ ਨੂੰ ਕਿ ਇੱਕ ਤੇ ਸਾਹਿਬਜ਼ਾਦਾ ਪਹਿਲੋਂ ਪਰਲੋਕ ਗਮਨ ਕਰ ਗਿਆ, ਦੂਸਰਾ ਜਿਹੜਾ ਉਹ ਮਸਤ ਜਿਹਾ, ਕਿਸੇ ਪਾਸੇ ਇਹਨੇ ਗੱਲਬਾਤ ਨਹੀਂ ਕੋਈ ਕਰਨਾ ਕੀਤੀ। ਸਿੱਖ ਸੰਗਤ ਕੋ ਜਾਣੈ ਭੇਵ, ਮਸਤਕ ਟੇਕੇ ਸਮ ਗੁਰਦੇਵ। ਕਿ ਸੰਗਤ ਵਿੱਚ ਕੋਈ ਵਿਰਲਾ ਸਿੱਖ ਹੀ ਇਹ ਭੇਦ ਜਾਣਦਾ, ਵਿਰਲੇ ਹੀ ਇਸ ਭੇਦ ਨੂੰ ਜਾਣਦੇ ਨੇ ਕਿ ਸ੍ਰੀ ਤੇਗ ਬਹਾਦਰ ਜੀ ਮਸਤ ਸੁਭਾਅ ਦਾ ਹੈ ਤੇ ਇਹ ਸਤਿਗੁਰੂ ਜੀ ਮਹਾਰਾਜ ਦਾ ਸਾਹਿਬਜ਼ਾਦਾ ਹੈ। ਹੁਣ ਗੁਰਦੇਵ ਵਾਂਗ ਜਿਹੜੇ ਕੋਈ ਵਿਰਲੇ ਜਾਣਦੇ ਆ ਉਹ ਨਮਸਕਾਰ ਕਰਦੇ ਆ। ਜਿਹੜੇ ਵਿਰਲਿਆਂ ਨੂੰ ਪਤਾ ਹੈ ਨਾ, ਜਿਨ੍ਹਾਂ ਨੂੰ ਹਿਰਦੇ ਵਿੱਚ ਜਿਨ੍ਹਾਂ ਦੇ ਰੱਬ ਦਾ ਘੱਤਿਆ, ਉਹ ਇਸ ਗੁੱਝੇ ਭੇਦ ਨੂੰ ਜਾਣਦੇ ਆ। ਉਹ ਕੋਈ ਵਿਰਲਾ ਹੀ ਸ੍ਰੀ ਤੇਗ ਬਹਾਦਰ ਜੀ ਨੂੰ ਨਮਸਕਾਰ ਕਰਦਾ, ਨਹੀਂ ਤੇ ਬਾਕੀ ਹੋਰ ਕੋਈ ਨਹੀਂ। ਨਹੀਂ ਤਾਂ ਇਕੱਲਾ ਹੀ ਬੈਠਾ ਰਹਿੰਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਿਰਤ ਵਿਰਤ ਕਰਦਾ। ਜਿੱਥੇ ਬੈਠ ਗਿਆ ਉੱਥੇ ਹੀ ਸਾਰੀ ਦਿਹਾੜੀ ਬੈਠੇ ਰਹਿਣਾ। ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਸੁਰਤੀ ਬਿਰਤੀ ਜੋੜ ਕੇ। ਹੁਣ ਬਹੁਤੇ ਇਸ ਭੇਦ ਨੂੰ ਮਾਤਾ ਨਾਨਕੀ ਵੀ ਨਹੀਂ ਜਾਣਦੀ ਕਿ ਸ੍ਰੀ ਤੇਗ ਬਹਾਦਰ ਜੀ ਕੀ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਕੀ ਬਣਨਾ ਹੈ। ਇਸਤਰੀ ਮਤ ਹੋਣ ਕਰਕੇ ਭਰਮ ਪਾਲ ਲਿਆ ਹਿਰਦੇ ਵਿੱਚ, ਕਿਉਂਕਿ ਸਾਹਮਣੇ ਮਾਤਾ ਮਰਵਾਹੀ ਜੀ ਨੇ ਕੁਛ ਕੀਤਾ, ਉਹਨਾਂ ਨੂੰ ਦੇਖ ਕੇ ਹੁਣ ਇਹਨਾਂ ਨੇ ਵੀ ਮਨ ਦੇ ਵਿੱਚ ਇਹ ਗੱਲ ਲਿਆਉਣਾ ਕੀਤੀ ਕਿ ਵੱਡਿਆਂ ਨੇ ਸਾਰਾ ਕੁਝ ਲੈ ਲਿਆ। ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਇੱਕ ਨੇ ਧੱਕੇ ਨਾਲ ਕਰਤਾਰਪੁਰ ਤੇ ਕਬਜ਼ਾ ਕਰ ਲਿਆ, ਸ੍ਰੀ ਗ੍ਰੰਥ ਸਾਹਿਬ ਰੱਖ ਲਿਆ ਤੇ ਇੱਥੇ ਵੀ ਆ ਕੇ ਗੁਰਤਾ ਗੱਦੀ ਲਾ ਕੇ ਬਹਿ ਗਿਆ। ਤੇ ਹੁਣ ਦੂਸਰਾ ਜਿਹੜਾ ਪੋਤਰਾ ਸੀ, ਸਤਿਗੁਰਾਂ ਨੇ ਉਹਨਾਂ ਨੂੰ ਇੱਥੋਂ ਦਾ ਸਾਰਾ ਮਾਲਕ ਬਣਾ ਦਿੱਤਾ। ਸਾਡੇ ਤੇ ਹੁਣ ਵਾਂਝੇ ਦੇ ਵਾਂਝੇ ਹੀ ਰਹਿ ਗਏ, ਇਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ। ਤੇ ਹੌਲੀ ਹੌਲੀ ਇਹ ਝਗੜਾ ਵਧੇਗਾ, ਕਿਉਂਕਿ ਪਤਾ ਨਹੀਂ ਧੀਰਮਲ ਨੇ ਬਹੁਤ ਕੁਝ ਕੀਤਾ ਹੈ ਤੇ ਸ੍ਰੀ ਹਰਿਰਾਏ ਜੀ ਵੀ ਤੇ ਉਹਨਾਂ ਦੀ ਭਰਾ ਨੇ। ਕੀ ਪਤਾ ਕੱਲ ਨੂੰ ਸ਼ਰੀਕੇਬਾਜੀ ਵਿੱਢ ਕੇ ਬਹਿ ਜਾਣ ਤੇ ਫੇਰ ਕੀ ਕਰਾਂਗੇ, ਫੇਰ ਕੀ ਕੀਤਾ ਜਾਏਗਾ। ਕਿਉਂਕਿ ਪਰਿਵਾਰ ਦੇ ਬੜੇ ਸਾਰੇ ਖਰਚੇ ਨੇ ਜਿਹੜੇ ਕਿ ਸੰਸਾਰ ਵਿੱਚ ਢਾਂਚਾ ਚਲਾਉਣਾ ਬੜਾ ਔਖੀ ਕਹਾਣੀ ਹੈ। ਇਤਿਆਦਿਕ ਪੌਰਿ ਦੇ ਵਿਚਾਰ, ਗੁਰ ਆਵੇ ਜਬ ਕਰਨ ਆਹਾਰ। ਬੈਠੇ ਤਬ ਸਮੀਪ ਸੋ ਆਏ, ਚਿਤ ਕੋ ਸੰਕਟ ਦੇ ਸੁਣਾਏ। ਬੜੀਆਂ ਸਾਰੀਆਂ ਵਿਚਾਰਾਂ ਨਾਨਕੀ ਜੀ ਨੇ ਵੀ ਆਪਣੇ ਮਨ ਵਿੱਚ ਸੋਚੀਆਂ। ਗੁਰੂ ਰੂਪ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਮਹਾਰਾਜ ਮਹਿਲਾਂ ਵਿੱਚ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆਉਂਦੇ ਨਾ, ਫਿਰ ਆ ਕੇ ਨਾਨਕੀ ਜੀ ਪਾਸ ਬੈਠ ਜਾਂਦੇ ਐ ਤੇ ਆਪਣੇ ਜਿਹੜਾ ਹਿਰਦੇ ਵਿੱਚ ਦੁੱਖ ਹੈ ਨਾ, ਸੰਕਟ ਹੈ, ਇਹ ਸਾਂਝਾ ਕਰਦੇ ਆ ਆਪਣੇ ਸਵਾਮੀ ਜੀ ਦੇ ਨਾਲ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜਾਨੀ ਜਾਨ ਪਾਤਸ਼ਾਹ, ਉਹ ਤੇ ਜਾਣਦੇ ਆ ਸਭ ਕੁਛ। ਮਾਤਾ ਨਾਨਕੀ ਜੀ ਹੁਣ ਲਾਗੇ ਬੈਠ ਜਾਂਦੇ ਐ ਤੇ ਆਪਣੇ ਮਨ ਦੀ ਇਹ ਗੱਲ ਜਿਹੜੀ ਹੈ ਨਾ ਉਹ ਸਾਂਝੀ ਕਰਦੇ ਐ। ਹੋ ਤੋ ਆਸਰਾ ਏਕ ਹਮਾਰੇ, ਕਿਰਪਾ ਕਰਤ ਬਖਸ਼ ਸੁਖ ਸਾਰੇ। ਕਿਸੂ ਵਸਤੂ ਕੀ ਚਿੰਤਾ ਨਾ ਵਿਆਪੈ, ਸਕਲ ਪਦਾਰਥ ਦੀਨ ਸਿਆਪੈ। ਹੱਥ ਜੋੜ ਕੇ ਕਹਿੰਦੇ ਆ, ਸਵਾਮੀ ਜੀ ਸਾਨੂੰ ਤੇ ਕੇਵਲ ਇੱਕ ਆਪ ਜੀ ਦਾ ਹੀ ਆਸਰਾ ਸੀ, ਤੁਹਾਡਾ ਹੀ ਆਸਰਾ ਸੀ ਤੇ ਤੁਸਾਂ ਨੇ ਕਿਰਪਾ ਕਰਕੇ ਸਾਨੂੰ ਇਤਨੇ ਸਾਰੇ ਹੁਣ ਤੱਕ ਸੁਖ ਬਖਸ਼ਣਾ ਕੀਤੇ, ਸੁਖ ਬਖਸ਼ਣਾ ਕੀਤੇ, ਬੜਾ ਵੱਡਾ ਆਨੰਦ ਲੈਣਾ ਕੀਤਾ ਕਿ ਤੁਹਾਡੇ ਹੁੰਦਿਆਂ ਕਿਸੇ ਵੀ ਪਦਾਰਥ ਦੀ ਸਾਡੇ ਹਿਰਦੇ ਵਿੱਚ ਚਿੰਤਾ ਨਹੀਂ, ਕਦਾਚਿਤ ਵੀ ਤੁਹਾਡੇ ਹੁੰਦਿਆਂ ਕੋਈ ਪਰਵਾਹ ਨਹੀਂ, ਕਿਉਂਕਿ ਸਭ ਕੁਝ ਤੁਸਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਬਖਸ਼ਣਾ ਕੀਤਾ ਸੀ। ਕਿਸੇ ਤਰ੍ਹਾਂ ਦੀ ਤੁਹਾਡੇ ਹੁੰਦਿਆਂ ਸਾਨੂੰ ਪਰਵਾਹ ਨਹੀਂ ਸੀ, ਕਿਉਂਕਿ ਤੁਸੀਂ ਸਾਡੇ ਸਿਰ ਦੇ ਸਾਈਂ ਹੋ,
पीछे कहाँ करो सुत मेरो, जिन्हों न जग मैं कुछ किरत केरो। कहन लगे जदों स्वामी जी तुसी परलोक गमन कर गए, तुहाडे तो पिछों फिर मेरे पुत्र दा की बनेगा, की होवेगा। कि तुसी जानदे हो जिन्हें कि संसार दे विच किसी तरह की कोई किरत विरत करनी समझी नहीं, वो तो सदा उदास बिरती विच है ते इकल्ला ही रहिंदा ते ना किसी दा नाल मिल के कोई गल बात करदा है। सारा कुछ तुसी जानदे जे, जिथे बैठदा उत्थे ही कल्ला मस्त हो के बैठा रहिंदा है, किसी दे नाल मेल मिलाप नहीं उन्हें बनाना कीता ते ना ही स्वामी जी वो किरत करनी कोई जानदा है। लखो आप पे ताहे सुभाऊ, हेत जीव का कारण काऊ। कि तुसी चंगी तरह स्वामी जी अपने साहिबजादे दे सुभाअ तो जाणू हो, रोजी वास्ते जिहड़ी उहनूं कार करनी चाहीदी सी ना, वो नहीं कर सकदा ते तुसी भी खाली छड्ड के ते हुण तुर जाओगे। कुछ भी मेरे साहिबजादे नूं दित्ता नहीं, कुछ उहदे पास नहीं, खाली छड्ड के तुसी जाना चाहुंदे हो। दसो जदों तुसी चले गए ते फिर मेरा पुत्र ते मैं किहदे पल्ले लगना करांगे, किहदे पास अपनी गल सांझी करांगे। स्वामी जी ये तां मैनूं दसना कर दिओ। दई शरीकन को वडियाई, तिनके संग न किन बनियाई। एक पुत्र है गुरु ग्रंथ संभारा, दुती अपने थल बैठारा। कि तुसां ने केवल ते केवल शरीकां नूं ही वडियाई दे दित्ती। दई शरीकन को वडियाई कि तुसां ने उन्हां दे शरीकां नूं वडियाई दे दित्ती, किसे नाल किसे तरह भी नहीं बनेगी जिन्हां दे नाल। क्योंकि एक पोतरे ने श्री गुरु ग्रंथ साहिब लैना कीता, वो संभाल लिया ते दूसरे नूं तुसां ने अपनी थां संभाल दित्ती। एक ते उत्थे बैठ गया ते बड़े सारी उसने गल बात भी कीती, ते दूसरे नूं हुण तुसां ने सारे किश दा ही वारस बना दिता, मालक बना दिता ते साडे साहिबजादिआं नूं खाली छड्ड दिता। ये ते मस्त सुभाअ दा है, किसी दे नाल बोलदा चलदा नहीं। तुहाडे हुंदिआं सानूं कोई परवाह नहीं सी, पर स्वामी जी तुसीं चले जाओगे ते इहदा की बनेगा। कोई किरत विरते करनी जानदा नहीं। श्री हरगोबिंद कै समझाई, चित में चिंता करो न काई। गुरसुत पूजनीय जग केरे, दे उपायन सिख कनेरे। जदों हुण नानकी जी ने ये बड़ा दुख जिहा साझा कीता ना, ते नैणा विचों अथरू भी वह तुरे। जानी जान सतगुरु जी महाराज जानते सी, सतगुरां ने ना फिर समझाना कीता। कहन लगे नानकी जी तुसी एवें चिंता दे वहन विच ना पवो, ये चिंता नूं तुसी त्यागना कर दिओ। जगत विच गुरु पूजनीक पुत्र ने ये सतगुरां दे सपुत्र ने ते सारे संसार दे पूजनीक ने। तुहानूं चिंता करन दी लोड़ नहीं। सिख इन्हां नूं अपने आप ही बहुत सारे उपहार देणगे, उपहार देणगे। मंगण दी लोड़ ही नहीं पैनी, किरत करन दी लोड़ ही नहीं पैनी। ऐसी किरपा है कि सिख बड़े सियाणे ने, समझदार ने, वो अपने आप ही श्री तेग बहादुर जी के सामने उपहारां दे ढेर लगा देणगे। नानकी जी तुहानूं चिंता करन दी लोड़ नहीं। तुसी इतना चिंता दे वहन विच ना बहना करो। इनके आसत है नर बृंदा, खान पान गुजरान बुलंदा। कि इन्हां दे आसरे ते बहुत सारे मनुखां ने रहना। धन श्री गुरु हरगोबिंद जी महाराज कहन लगे नानकी जी तुसी इन्हां दी गल करदे हो कि की बनेगा। इन्हां दे आसरे ते होर बड़ियां सारियां ने जिउणा है। ये बड़ियां दा आसरा बनणगे, बड़ियां नूं ये सुमत देणगे, बड़ियां दी ये रक्षा करनगे। ये ते सारे जहान विच पूजे जाणगे, सारे जहान विच पूजे जाणगे। तुसी केवल ते केवल खाण पीण दा वड्डा गुजारा ना समझना करो।
ਤੇ ਜੇ ਸਮਝਣਾ ਵੀ ਕਰਦੇ ਹੋ ਤੇ ਖਾਣ ਪੀਣ ਵਾਲੇ ਤੇ ਗੁਜ਼ਾਰੇ ਦੀ ਤੇ ਕੋਈ ਪਰਵਾਹ ਹੀ ਨਹੀਂ। ਸ੍ਰੀ ਤੇਗ ਬਹਾਦਰ ਨੂੰ ਇਤਨਾ ਕੁਛ ਇਹਨਾਂ ਦੇ ਪਾਸ ਗੁਰਸਿੱਖ ਭੇਜਣਗੇ ਕਿ ਬਹੁਤਿਆਂ ਦੇ ਇਹਨਾਂ ਨੇ ਦਾਤੇ ਬਣਨਾ। ਇਹ ਦਾਤੇ ਨੇ ਤੇ ਗੁਰਸਿੱਖ ਇਹਨਾਂ ਦੇ ਭਿਖਾਰੀ ਨੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਕਿ ਇਹ ਸਤਿਗੁਰੂ ਜੀ ਤੁਸੀਂ ਦਾਤੇ ਜੇ, ਦਾਤਾ ਦੇਣ ਵਾਲੇ। ਅਸੀਂ ਤੁਹਾਡੇ ਦਰ ਦੇ ਮੰਗਤਿਆਂ ਦੇ ਮੰਗਤੇ ਹਾਂ। ਝੋਲੀ ਅੱਡ ਕੇ ਤੁਹਾਡੇ ਘਰ ਦੇ ਵਿੱਚੋਂ ਖੈਰ ਮੰਗਦੇ ਹਾਂ। ਜਦੋਂ ਇਦਾਂ ਦੇ ਬਣ ਜਾਈਏ ਨਾ ਗੁਰੂ ਪਿਆਰ ਵਾਲਿਓ, ਨਿਮਰਤਾ ਧਾਰ ਕੇ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਬੜੀਆਂ ਰਹਿਮਤਾਂ ਵਰਤਾਉਂਦਾ। ਸਤਿਗੁਰੂ ਜੀ ਕਹਿਣ ਲੱਗੇ, ਨਾਨਕੀ ਜੀ ਇਤਨੀ ਵੱਡੀ ਚਿੰਤਾ ਤੁਸੀਂ ਕਰ ਲਈ, ਇਹਨਾਂ ਤੇ ਆਪ ਦਾਤੇ ਬਣਨਾ ਸੰਗਤਾਂ ਦੇ। ਇਹ ਸੰਗਤਾਂ ਦੇ ਦਾਤੇ ਬਣਨਗੇ। ਸਿੱਖ ਆਪਣਾ ਭਲਾ ਜਾਣ ਕੇ ਤੇ ਇਹਨਾਂ ਦੇ ਚਰਨਾਂ ਦੀ ਸੇਵਾ ਕਰਨਗੇ ਕਿ ਭਾਈ ਜਿਨ੍ਹੇ ਆਪਣਾ ਭਲਾ ਚਾਹੁੰਦੇ ਆ ਉਹ ਸ੍ਰੀ ਤੇਗ ਬਹਾਦਰ ਜੀ ਦੇ ਚਰਨਾਂ ਦੀ ਸੇਵਾ ਕਰੋ ਤੇ ਇਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਸੁਖ ਆਨੰਦ ਲੈਣਾ ਕਰੋ। ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਇਤਨੇ ਪ੍ਰਸੰਨ ਹੋਏ ਨਾ, ਇਤਨੇ ਟੁੱਠੇ ਹੋ ਕੇ ਬਚਨ ਛੱਡੀ ਜਾਂਦੇ ਐ ਤੇ ਨਾਨਕੀ ਜੀ ਹੁਣ ਬੈਠੇ ਹੋਏ ਲਾਗੇ ਸਰਵਣ ਕਰੀ ਜਾਂਦੇ ਨੇ। ਇਸ ਵਿਦ ਬਹੁ ਪ੍ਰਕਾਰ ਸਮਝਾਵੇ, ਤਉ ਨਾਨਕੀ ਧੀਰ ਨ ਪਾਵੇ। ਜਿਸ ਦਿਨ ਬੀਤੇ ਗਿਣਤੋ ਗਿਣਤੀ, ਚਿੱਤੇ ਕਰੇ ਗੁਰ ਨ ਸੋ ਬਿਨਤੀ। ਇਸ ਪ੍ਰਕਾਰ ਨਾਲ ਹੁਣ ਸਤਿਗੁਰਾਂ ਨੇ ਬੜੀਆਂ ਵਿਧੀਆਂ ਦੇ ਨਾਲ ਸਮਝਾਇਆ ਨਾਨਕੀ ਨੂੰ, ਹਰ ਪੱਖ ਤੋਂ ਸਮਝਾਣਾ ਕੀਤਾ। ਪਰ ਨਾਨਕੀ ਨੇ ਧੀਰਜ ਧਾਰ ਨਹੀਂ ਕੀਤਾ। ਗੁਰੂ ਰੂਪ ਸਾਧ ਸੰਗਤ ਜੀ ਇਸਤਰੀ ਮਤ ਹੋਣ ਕਰਕੇ ਕਹਿ ਲੋ ਕਿ ਇਹਨੇ ਧੀਰਜ ਧਾਰ ਨਹੀਂ ਕੀਤਾ। ਜਿਸ ਗੱਲ ਤੇ ਟਿਕੇ ਸੀ ਨਾ ਉੱਥੇ ਕਹਿਣ ਦਾ ਭਾਵ ਕਿ ਕਈ ਵਾਰੀ ਨਾ ਗੁਰੂ ਪਿਆਰ ਵਾਲਿਓ ਨੇੜੇ ਰਹਿੰਦਾ ਹੋਇਆ ਬੰਦਾ ਜਿਹੜਾ ਨਾ ਉਹ ਸੁਖ ਆਨੰਦ ਨਹੀਂ ਲੈ ਸਕਦਾ। ਉਹ ਸੁਖ ਆਨੰਦ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਉਹ ਮਨ ਦੇ ਵਿੱਚ ਵੱਡੀ ਵਿਚਾਰ ਨਹੀਂ ਕਰਦਾ। ਤੇ ਦੂਰ ਵਾਲੇ ਜਿਹੜੇ ਹੈ ਉਹ ਸ਼ਰਧਾ ਧਾਰ ਕੇ ਤੇ ਭੈ ਬਣਾ ਕੇ ਗੁਰੂ ਦੇ ਚਰਨਾਂ ਵਿੱਚੋਂ ਬਖਸ਼ਾਂ ਲੈ ਲੈਂਦੇ ਆ। ਹੁਣ ਮਹਿਲ ਨੇ ਸਤਿਗੁਰਾਂ ਦੇ, ਨਾਨਕੀ ਜੀ ਸਤਿਗੁਰਾਂ ਨੇ ਇਹ ਰਮਜ ਮਾਰ ਨਾ ਕੀਤੀ, ਸਮਝਾ ਦਿੱਤਾ, ਪਰ ਫੇਰ ਵੀ ਧੀਰਜ ਧਾਰ ਨਹੀਂ ਕੀਤਾ। ਦਿਨ ਰਾਤ ਬੀਤਣ ਨਾਲ ਹੁਣ ਗਿਣਤੀਆਂ ਮਿੰਤੀਆਂ ਕਰਦੀ ਹੈ, ਗਿਣਤੀਆਂ ਮਿੰਤੀਆਂ ਕਰਦੀ ਹੈ ਕਿ ਕੀ ਬਣੇਗਾ। ਸਤਿਗੁਰੂ ਜੀ ਤੇ ਜਾਪਦਾ ਕਿ ਟਾਲ ਮਟੋਲ ਜੀ ਕਰਦੇ ਆ, ਇੱਕ ਆਸਰਾ ਜਾਂ ਦਿੰਦੇ ਆ ਵੀ ਧਿਆਨੇ ਲਾਉਣ ਵਾਲੀ ਗੱਲ ਕਰਦੇ ਆ, ਧਿਆਨੇ ਲਾਉਣ ਵਾਲੀ ਗੱਲ ਕਰਦੀ ਹੈ। ਤੇ ਚਿੱਤ ਦੇ ਵਿੱਚ ਨਾ ਇਸ ਵਿਚਾਰ ਨੂੰ ਛੱਡਦੀ ਨਹੀਂ। ਤੇ ਜਦੋਂ ਸਤਿਗੁਰੂ ਜੀ ਮਹਾਰਾਜ ਆਉਂਦੇ ਆ ਨਾ ਲੰਗਰ ਛਕਣ ਵਾਸਤੇ, ਪ੍ਰਸ਼ਾਦਾ ਛਕਣ ਵਾਸਤੇ, ਤੇ ਇਹੀ ਬੇਨਤੀ ਇੱਕੋ ਹੀ ਗੱਲ ਰਿਪੀਟ ਕਰਨਾ ਕਰਦੀ, ਵਾਰ-ਵਾਰ ਦੁਹਰਾਉਣਾ ਕਰਦੀ ਹੈ। ਸ੍ਰੀ ਨਾਨਕ ਜੀ ਬਨੋ ਸਹਾਈ, ਮਮ ਸਦਕੋ ਹੋਵੈ ਵਡਿਆਈ। ਅਹੋ ਨਿਮਾਨਣ ਕੇ ਤੁਮ ਮਾਨ, ਸਦਾ ਨਤਾਨਣ ਕੇ ਬੜਤਾਨ। ਤੇ ਬੇਨਤੀਆਂ ਕਰਦੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੋ, ਸਾਡੇ ਸਹਾਇਕ ਬਣੋ, ਮੇਰੇ ਪੁੱਤਰ ਦੀ ਵਡਿਆਈ ਹੋਵੇ। ਤੁਸੀਂ ਇਸ ਨਿਮਾਣੀ ਨੂੰ ਮਾਨ ਦੇਣਾ ਤੇ ਤੁਸੀਂ ਨਤਾਣੀ ਨੂੰ ਤਾਨ ਦੇਣਾ। ਤੁਹਾਡੇ ਘਰ ਦੀਆਂ ਬੜੀਆਂ ਸਾਰੀਆਂ ਬਖਸ਼ਾਂ ਨੇ ਤੇ ਕਿਰਪਾ ਕਰਕੇ ਸਾਡੇ ਉੱਤੇ ਵੀ ਮਿਹਰ ਕਰ ਦਿਓ। ਬਚਤ ਰਾਈ ਕੇਰ ਸਹਾਈ, ਨਿਜ ਨਿਜ ਹਿਤ ਸਭ ਕਰੇ ਉਪਾਏ। ਮਮ ਸੁਤ ਸਭ ਬਾਤਨ ਤੇ ਹੀਨ, ਮਸਤ ਸੁਭਾਵ ਨ ਕਛੂ ਪਰਮੀਨ। ਕਿ ਮੇਰੇ ਸਾਹਿਬਜ਼ਾਦੇ ਨੂੰ ਵੱਧ ਚਤਰਾਈ ਦੇ ਕੇ ਤੇ ਸਹਾਇਤਾ ਕਰੋ। ਹੁਣ ਨਾਨਕੀ ਜੀ ਨਾ ਆਪਣੀ ਮਤ ਅਨੁਸਾਰ ਇਹ ਮੰਗਾ ਮੰਗਣ ਲੱਗ ਗਏ। ਕਹਿੰਦੇ ਚਤਰਾਈ ਮਤ ਦੇਣਾ ਕਰੋ ਕਿ ਸ੍ਰੀ ਤੇਗ ਬਹਾਦਰ ਚਾਤਰ ਬਣ ਜਾਣ, ਸਿਆਣੇ ਹੋਰ ਬਣ ਜਾਣ, ਅਤੇ ਇਹੋ ਜੀ ਸਹਾਇਤਾ ਕਰੋ ਕਿ ਆਪਣੇ ਆਪਣੇ ਉਪਾਅ ਵਾਸਤੇ ਸਾਰੇ ਕੋਈ ਨਾ ਕੋਈ ਯਤਨ ਕਰਦਾ ਹੈ। ਆਪਣੇ ਆਪਣੇ ਉਪਾਅ ਵਾਸਤੇ ਹਰ ਕੋਈ ਯਤਨ ਕਰਦਾ ਹੈ। ਮੇਰਾ ਪੁੱਤਰ ਸਾਰੀਆਂ ਗੱਲਾਂ ਤੋਂ ਹੀ ਖਾਲੀ ਹੈ, ਜਿਹਦਾ ਕਿ ਮਸਤ ਜਿਹਾ ਸੁਭਾਅ ਹੈ ਤੇ ਕਿਸੇ ਤਰ੍ਹਾਂ ਦੀ ਚਤਰਾਈ ਵੀ ਨਹੀਂ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਇਹਨੂੰ ਕੁਛ ਹੋਸ਼ ਸੰਭਲੇ, ਇਹ ਮਸਤ ਸੁਭਾਅ ਜਿਹਾ ਛੱਡ ਕੇ
ਤੇ ਚਤਰਾਈ ਵਾਲੀ ਗੱਲ ਕਰਕੇ ਤੇ ਇਹ ਵੀ ਕੋਈ ਨਾ ਕੋਈ ਮੇਲ ਮਿਲਾਪ ਕਰਕੇ ਤੇ ਆਪਣਾ ਕੁਛ ਬਣਾਉਣਾ ਕਰ ਲਵੇ। ਇਮ ਦਿਨ ਕੇਤਕ ਜਵੈ ਬਤਾਏ, ਸ੍ਰੀ ਹਰਿ ਰਾਏ ਸੁਗੁਰਤਾ ਪਾਏ। ਕਹਿਤ ਨਿਤਾ ਪ੍ਰਦ ਪ੍ਰਭ ਕੇ ਸਾਥ, ਚਿਤਵ ਨਾਨਕੀ ਚਿੰਤਾ ਗਾਥ। ਕਿ ਇਸ ਤਰ੍ਹਾਂ ਨਾ ਕਾਫੀ ਦਿਨ ਨਾਨਕੀ ਨੇ ਬਤੀਤ ਕੀਤੇ। ਗੁਰੂ ਪਿਆਰਿਓ, ਕਾਫੀ ਦਿਨ ਬਤੀਤ ਕੀਤੇ। ਹਰਿ ਰਾਏ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਹੈ ਤੇ ਮਾਤਾ ਨਾਨਕੀ ਸਦਾ ਹੀ ਸਤਿਗੁਰਾਂ ਦੇ ਨਾਲ ਬਸ ਇੱਕੋ ਹੀ ਚਿੰਤਾ ਵਾਲੀ ਗਾਥਾ ਜਿਹੜੀ ਹੈ ਉਹੀ ਕਰਦੀ ਹੈ, ਹਰ ਵਕਤ ਇੱਕੋ ਹੀ ਗੱਲ ਨੂੰ। ਕਿਉਂਕਿ ਜਦੋਂ ਇੱਕੋ ਹੀ ਗੱਲ ਨੂੰ ਕਰੀਏ ਨਾ, ਇੱਕੋ ਹੀ ਗੱਲ ਨੂੰ ਹਰ ਰੋਜ਼ ਕਰੀਏ ਗੁਰੂ ਪਿਆਰ ਵਾਲਿਓ, ਤੇ ਸਾਹਮਣੇ ਤੋਂ ਸੁਣਨ ਵਾਲਾ ਜਿਹੜਾ ਉਹ ਵੀ ਫਿਰ ਉਸ ਗੱਲ ਤੇ ਬਹੁਤਾ ਖਿਆਲ ਨਹੀਂ ਦਿੰਦਾ। ਜਾਂ ਇਦਾਂ ਕਹਿ ਲੋ ਕਿ ਜੇ ਕੁਛ ਦੇਣਗੇ ਨਾ ਤੇ ਫਿਰ ਉਹਦੇ ਵਿੱਚ ਕੁਛ ਨਾ ਕੁਛ ਕਠੋਰ ਸ਼ਬਦ ਵੀ ਕਹਿ ਦੇਣਗੇ। ਆਪਾਂ ਦੇਖਦੇ ਆ ਨਾ ਕਿ ਜਦੋਂ ਕੋਈ ਨਾ ਹੀ ਹਟੇ ਫਿਰ ਅਗਲਾ ਕਹਿ ਦਿੰਦਾ ਵੀ ਦਿਓ ਇਹਨੂੰ ਤੇ ਇਹਨੂੰ ਭੇਜਣਾ ਕਰੋ। ਅਗਲੀ ਗੱਲ ਮੈਂ ਨਹੀਂ ਕਹਿੰਦਾ, ਸ਼ੋਭਾ ਨਹੀਂ ਦਿੰਦੀ, ਤੁਸੀਂ ਸਿਆਣੇ ਜੇ। ਹੁਣ ਹਰ ਰੋਜ਼ ਨਾਨਕੀ ਇੱਕੋ ਹੀ ਗੱਲ ਨੂੰ ਰਿਪੀਟ ਕਰਦੀ ਹੈ, ਪਰ ਸਤਿਗੁਰੂ ਜੀ ਮਹਾਰਾਜ ਇਹਨੂੰ ਘਬਰਾਈ ਹੋਈ ਨੂੰ ਦੇਖ ਕੇ, ਦੁਖੀ ਨੂੰ ਦੇਖ ਕੇ ਹੁਣ ਮਨ ਦੇ ਵਿੱਚ ਬੜਾ ਦੁੱਖ ਹੈ ਤੇ ਲਾਚਾਰ ਜੀ ਹੋਈ ਪਈ ਹੈ। ਹਿਰਦਾ ਤਪਦਾ ਹੈ ਤੇ ਅਜੋਗ ਵਿਚਾਰਦੀ ਹੈ। ਅਜੋਗ ਗੱਲਾਂ, ਨਾ ਕਰਨ ਵਾਲੀਆਂ ਗੱਲਾਂ ਨਾ ਨਾਨਕੀ ਜੀ ਆਪਣੇ ਹਿਰਦੇ ਵਿੱਚ ਵਿਚਾਰਨ ਲੱਗ ਗਈ। ਇਸ ਤਰ੍ਹਾਂ ਸਤਿਗੁਰੂ ਜੀ ਦਾ ਪੁੱਤਰ ਸ਼ਕਤੀ ਨਹੀਂ ਧਾਰਨ ਕਰ ਸਕੇਗਾ। ਬਹੁਤ ਸਾਰੀਆਂ ਗੱਲਾਂ ਇਹਨੇ ਮਨ ਦੇ ਵਿੱਚ ਸੋਚਣਾ ਕੀਤੀਆਂ ਤੇ ਇਹੀ ਗੱਲ ਵਾਰ-ਵਾਰ ਦੁਹਰਾਉਣੀ ਕਿ ਪੋਤਰੇ ਨੂੰ ਵਡਿਆਈ ਦੇਣਾ ਕੀਤੀ ਹੈ, ਪੁੱਤਰਾਂ ਨੂੰ ਖਾਲੀ ਰੱਖਿਆ, ਇਹ ਮਾੜੀ ਗੱਲ ਕਰਨਾ ਕੀਤੀ ਹੈ। ਜਦੋਂ ਹੁਣ ਕਈ ਦਿਨ ਬੀਤ ਗਏ, ਇੱਕੋ ਹੀ ਗੱਲ ਕੀਤੀ। ਇੱਕ ਦਿਨ ਮੈਂ ਸ੍ਰੀ ਹਰਿ ਗੋਬਿੰਦ ਹਿਤ ਹਾਰ ਕੇ ਬਹੁ ਬੁਲੰਦ। ਕਿ ਇੱਕ ਦਿਨ ਐਸਾ ਆ ਗਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਮੀਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਮਹਿਲਾਂ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਆ ਗਏ। ਮਹਿਲਾਂ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਆਏ ਨਾ ਜਦੋਂ, ਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਚੱਲ ਕੇ ਆਏ ਆ ਸਤਿਗੁਰੂ ਜੀ। ਬੜੇ ਪ੍ਰਸੰਨ ਨੇ, ਖੁਸ਼ ਨੇ, ਜਿਨ੍ਹਾਂ ਦਾ ਕਿ ਸਰੀਰ ਬੜਾ ਮਹਾਨ ਹੈ ਤੇ ਮਸਤ ਹਾਥੀ ਵਰਗੀ ਚਾਲ ਹੈ। ਸਤਿਗੁਰੂ ਜੀ ਮਹਾਰਾਜ ਦੀ ਜਿਹੜੀ ਸ਼ੋਭਾ ਹੈ ਨਾ, ਉਹ ਬੜੀ ਵੱਡੀ ਬਿਆਨ ਕਰਦਾ ਹੈ ਕਵੀ ਜਨ ਕਿ ਉਹਨਾਂ ਦੀ ਬਰਾਬਰਤਾ ਇਸ ਸੰਸਾਰ ਵਿੱਚ ਕੋਈ ਨਹੀਂ ਕਰ ਸਕੇਗਾ। ਬੈਠੇ ਆਸਨ ਪਰ ਸੁਬਥਾਨ, ਥਾਰ ਭਰੋਸੇ ਅਸਨ ਮਹਾਨ। ਸੂਖਮ ਚਾਵਰ ਅਨਕ ਪ੍ਰਕਾਰੇ, ਸ਼ੁਭਕਾਰ ਬੁਧ ਸਾਥ ਸੁਧਾਰੇ। ਕਿ ਜਦੋਂ ਹੁਣ ਸਤਿਗੁਰੂ ਜੀ ਮਹਾਰਾਜ ਸ਼ੁਭ ਸਥਾਨ ਤੇ ਬੈਠ ਗਏ ਨਾ, ਤੇ ਥਾਲ ਵਿੱਚ ਭੋਜਨ ਜਿਹੜਾ ਹੈ ਪ੍ਰਸ਼ਾਦਾ ਪਾਣੀ ਪਰੋਸ ਕੇ ਰੱਖਿਆ ਗਿਆ। ਅਨੇਕ ਪ੍ਰਕਾਰ ਦੇ ਭੋਜਨ ਬਣਾ ਕੇ, ਪ੍ਰਸ਼ਾਦਾ ਬਣਾ ਕੇ, ਚਾਵਲ ਬਣਾ ਕੇ ਲਾਂਗਰੀ ਨੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਪਰੋਸਣਾ ਕੀਤਾ ਨਾ, ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮਹਾਰਾਜ ਛਕਣਾ ਕਰੋ, ਲੰਗਰ ਹਾਜ਼ਰ ਹੈ। ਮਦਰ ਸਲਵਨ ਤੁਰਸ਼ ਚਰਪਰੇ, ਜਿਹੜੇ ਕਿ ਬਹੁਤ ਵਧੀਆ ਢੰਗ ਦੇ ਨਾਲ ਲਾਂਗਰੀ ਬਣਾਉਂਦਾ ਸੀ, ਤੇ ਸਤਿਗੁਰਾਂ ਨੇ ਆਪਣੇ ਹਸਤ ਕਮਲ ਧੋ ਕੇ ਤੇ ਭੋਜਨ ਛਕਣਾ ਸ਼ੁਰੂ ਕਰ ਦਿੱਤਾ। ਗੁਰੂ ਰੂਪ ਸਾਧ ਸੰਗਤ ਜੀ, ਜਦੋਂ ਹੁਣ ਸਤਿਗੁਰਾਂ ਨੇ ਭੋਜਨ ਛਕਣਾ ਸ਼ੁਰੂ ਕੀਤਾ ਨਾ, ਉਹੀ ਮੌਕਾ ਤਾੜ ਕੇ ਤੇ ਨਾਨਕੀ ਜੀ ਹਰ ਰੋਜ਼ ਆਉਂਦੇ ਆ। ਜਦੋਂ ਸਤਿਗੁਰੂ ਜੀ ਪ੍ਰਸ਼ਾਦਾ ਛਕਣ ਲੱਗਦੇ ਨਾ, ਐਨ ਉਸ ਮੌਕੇ ਤੇ ਨਾਨਕੀ ਜੀ ਸਮਾਂ ਤਾੜ ਕੇ ਆਉਂਦੇ ਆ। ਤੇ ਅੱਜ ਵੀ ਫਿਰ ਉਸੇ ਹਿਸਾਬ ਦੇ ਨਾਲ ਹੀ ਨਾਨਕੀ ਜੀ ਨੇ ਪਹੁੰਚਣਾ ਕੀਤਾ ਤੇ ਆਪਣੇ ਮਾਲਕ ਸੁਆਮੀ ਜੀ ਨੂੰ ਨਮਸਕਾਰ ਕਰਕੇ ਤੇ ਪਾਸ ਬੈਠ ਗਏ। ਤੇ ਹੌਲੀ ਹੌਲੀ ਸਤਿਗੁਰੂ ਜੀ ਮਹਾਰਾਜ ਭੋਜਨ ਛਕ ਰਹੇ ਆ, ਤੇ ਨਾਨਕੀ ਜੀ ਨੇ ਫਿਰ ਹੱਥ ਜੋੜ ਕੇ ਤੇ ਆਪਣੇ ਮਨ ਦੀ ਗੱਲ ਜਿਹੜੀ ਕਹਿਣਾ ਕੀਤੀ ਹੈ। ਸੁਨੋ ਗਰੀਬ ਨਵਾਜ ਸੁਨੋ ਅਰਜੀ, ਮੋਏ ਬਤਾਵੋ ਆਪਣ ਮਰਜੀ। ਹੱਥ ਜੋੜ ਕੇ ਨਾਨਕੀ ਕਹਿੰਦੀ, ਗਰੀਬ ਨਵਾਜ ਮੇਰੇ ਮਾਲਕ ਜੀ, ਮੇਰੀ ਇੱਕ ਬੇਨਤੀ ਸੁਣਨਾ ਕਰੋ ਕਿ ਮੈਨੂੰ ਆਪਣੀ ਮਰਜ਼ੀ ਦੱਸਣਾ ਕਰੋ ਕਿ ਤੁਹਾਡੀ ਮਰਜ਼ੀ ਕੀ ਹੈ। ਕੀ ਮੇਰੇ ਪੁੱਤਰ ਨੂੰ ਕੁਛ ਦੇਵੋਗੇ ਜਾਂ ਨਾ ਦੇਵੋਗੇ? ਏਦਾਂ ਸਖਣਾ ਹੀ ਛੱਡ ਕੇ ਚਲੇ ਜਾਓਗੇ?
क्योंकि ये मेरा पुत्र सब तो छोटा है, सब तो छोटा। क्योंकि गुरु रूप साध संगत जी तुहाडी याद अस्त मैं दस दियां कि नानकी जी सब तो छोटे महल से, सब तो मगरों व्याहे गए से। नानकी जी कहन लगे मेरा पुत्र सब तो छोटा है, ਇਹਦੇ बारे मैनू बड़े सारे शंके है, क्योंकि मस्त सुभाਅ है। ये भविख विच की करेगा स्वामी जी, बुद्धि दे व्यवहार ये एक भी नहीं जानता, संसारक विहार तो एक भी ये जानता नहीं, ते ना ही आम मनुखां वर्गी इहदी चाल है। ये किस थां ते जाके वसे, असीं अपना किवें गुजारा करिए, सानू दसना ते करो ना कुछ। इदां टाल मटोल रोज तुसीं कर दिंदे हो, टाल मटोल कर दिंदे हो, पर सानू किसे पासे ते लाना करो। दई शक्ति अर दोनों नगदी, पुत्र भय मालक वत सकदी। ते अगली गल होर नानकी जी ने कह दित्ती, कहन लगे कि जितनी भी शक्ति सी ना वो तुसीं दोवें नगरियां दे मालक पोतरे बना दिते है, ते पुत्रां तिन्नां नूं तुसीं वांझे छड्ड दिता है। सूरजमल जी ने, तेग बहादुर जी ने, अनी राय जी ने, ये उस वक्त मौजूद सन। कहन लगे पोतरियां नूं मालक बना दिता। एक कीरतपुर साहब, एक करतारपुर साहब के बैठ गया धीरमल, ते कीर्तनपुर साहब दा मालक तुसीं श्री हरराय जी नूं बना दिता। ते दसो असीं किस पासे वल जाना करिए, दसो कित्थे असीं जाके अपना गुजारा करिए। इस गरीब नूं तुसां ने जवां भी जाणिया नहीं, छोटा पुत्र है जिहदे विच के कोई शक्ति भी नहीं हैगी, ते तुसीं इहदे बारे विचारे नहीं। ते कल नूं जदों उदां दी गल होएगी ते सारे कहणगे ये धन श्री गुरु हरगोबिंद जी महाराज दा साहिबजादा है। ते फिर कहानी किधर नूं जाएगी स्वामी जी, जरा तुसीं अपनी मर्जी ते मैनूं दरसाना करो ना। करै बरूद धीरमल पारा, पर वैशन दे पुर करतारा। कीरतपुर कैसै सुगादी, श्री हरिराय पाए सुख साधी। कि धीरमल जिहड़ा है वो तुहानूं पता है कि भारी विरोध करदा परिवार दा, उन्हें ते तुहाडे नाल बहुत सारियां गल्लां कीतियां ते सानू वो कित्थे बख्शेगा, क्योंकि उन्हें सानू कदाचित भी करतारपुर विच दाखल नहीं होण देना। पर विरशन दे ना पुर करतारा, इहदा मतलब कि करतारपुर विच ते पैर ही नहीं पाउण देगा। जदों तुहाडे नाल इत्थों तक उन्हें होना कीता ते सानू ते उन्हें बख्शना ही नहीं। इस वास्ते कीरतपुर सहित गद्दी तुसां ने हर राय दी झोली विच पा के ते उहनूं प्रसन्न कर दिता, ते साडे वल ते विचारे ही नहीं। असीं की करिए, असीं तुहाडे लागे बैठे आ, साडा की गुनाह है, साडे बारे सोचे नहीं। इक्को घर नूं ही सारा कुछ तुसां ने देना कर दिता। सूरजमल को बाक बखाना, तिसको बरदे बंस महाना। गुरता पी कबहू के तव बंस, पावे को दारद बिरबंस। कि जे मरवाही जी ने रौला पाया ते तुसी उहदे पुत्र सूरजमल नूं बहुत सारियां बख्शां दे दित्तियां, अंश वंश वधन दियां, अते होर बहुत कुछ कहना कीता कि गुरता भी कदी उस वंश विच आ जावेगी ते उन्हां दी गरीबी जिहड़ी है दूर हो जाएगी, गरीबी दा नाश हो जाएगा। अगे दी अगे नानकी जी ने फिर गल्लां चला लईआं, कहंदे सूरजमल नूं भी तुसी बहुत सारे वर देना कीते, ते मेरा ये पुत्र मस्ताना जे है, ये कित्थे जाएगा। धीरमल ते बड़ा विरोधी है, उन्हें करतारपुर दे लागे नहीं लगन देना। मामसुत को किम देत ना गुरता, तुमरे अनुसार ही नित बरता। गन बकार हंकार जे आद, धरे न कबहू करे प्रमाद। कि मेरे पुत्र नूं तुसी गुरता गद्दी क्यों नहीं देना कीती। तुहानूं चाहीदा सी कि पुत्र नूं गुरता गद्दी दिंदे, वो सदा तुहाडी आग्या अनुसार रहना कीता है। जिन्ने भी वकार समूह ने हंकार आदो कदा भी भुल के श्री तेग बहादुर ने नहीं कीते, किसी नूं छूना नहीं कीता, ते तुसां ने फेर भी वांझा रख दिता। मस्त सुभाव दा, सरल सुभाव दा, कोई वल छल वो हिरदे विच जानदा नहीं। बिन गुरता की शक्त बिहीन,
ਮਮ ਸਤ ਕੋ ਸਕੇ ਨ ਚੀਨ। ਕਿ ਗੁਰਤਾ ਬਿਨਾ ਸ਼ਕਤੀ ਰਹਿਤ ਕਰ ਦਿੱਤਾ, ਕਿ ਸਾਡੇ ਪਾਸ ਤੇ ਕੋਈ ਵੀ ਸ਼ਕਤੀ ਨਾ ਰਹੀ, ਕਿਸੇ ਦੇ ਸਾਨੂੰ ਮਾਲਕ ਨਾ ਬਣਾਇਆ। ਮੇਰੇ ਪੁੱਤਰ ਨੂੰ ਕੋਈ ਵੀ ਫਿਰ ਸਮਝ ਨਹੀਂ ਸਕੇਗਾ ਤੇ ਨਾ ਹੀ ਕੁਛ ਮੇਰੇ ਪੁੱਤਰ ਨੂੰ ਮਿਲਣਾ ਕਰੇਗਾ। ਕਿਹੜਾ ਸਿੱਖ ਚੱਲ ਕੇ ਤੇ ਤੇਗ ਬਹਾਦਰ ਦੇ ਪਾਸ ਆਵੇਗਾ, ਕੌਣ ਭੇਟਾ ਲਿਆਵੇਗਾ ਤੇ ਕੌਣ ਅਰਪਣ ਕਰੇਗਾ, ਕੌਣ ਅਰਪਣ ਕਰੇਗਾ। ਤੁਸੀਂ ਕਹਿੰਦੇ ਹੋ ਕਿ ਸਿੱਖ ਉਪਹਾਰ ਲਿਆਉਣਗੇ, ਆਹ ਗੱਲ ਹੈ ਉਹ ਗੱਲ ਹੈ। ਸੰਸਾਰਕ ਪਦਾਰਥਾਂ ਵਾਲੇ ਪਾਸੇ ਲੱਗ ਕੇ ਨਾ ਨਾਨਕੀ ਜੀ ਨੇ ਪਹਿਲੇ ਕੀਤੇ ਹੋਏ ਬਚਨਾਂ ਨੂੰ ਨਾ ਥੁੱਲ ਕੇ ਰੱਖ ਦਿੱਤਾ, ਨਹੀਂ ਬੰਨੇ, ਧੀਰਜ ਨਹੀਂ ਧਾਰਨ ਕੀਤਾ। ਇਹੀ ਮਨ ਦੇ ਵਿੱਚ ਸਮਝ ਲਿਆ ਕਿ ਸਤਿਗੁਰੂ ਜੀ ਟਾਲ ਮਟੋਲ ਕਰ ਰਹੇ ਹੈ, ਕੱਲ ਨੂੰ ਕਿੰਨੇ ਪੁੱਛਣਾ ਹੈ ਜਦੋਂ ਇਹ ਪਰਲੋਕ ਗਮਨ ਕਰ ਗਏ। ਇਦਾਂ ਕਹਿ ਕੇ ਤੇ ਕਹਿੰਦੇ ਆ ਕਿ ਕਿਸੇ ਸਿੱਖ ਨੇ ਸਾਡੇ ਪਾਸ ਨਹੀਂ ਆਉਣਾ, ਕਿਸੇ ਨੇ ਭੇਟਾਂ ਨਹੀਂ ਲਿਆਉਣੀਆਂ, ਇਹ ਤੇ ਬਸ ਕਹਿਣ ਦੀਆਂ ਗੱਲਾਂ ਹਨ। ਮਰੋ ਬਸੂਰਤ ਦੇਖਨ ਨੰਦਨ, ਬਣੇ ਸ਼ਰੀਕੀ ਸਭ ਜਗ ਬੰਦਨ। ਤਿਨ ਕਹਿ ਸਕਲ ਪਦਾਰਥ ਪਾਵ ਆਵੇ, ਹਮ ਬੈਠੇ ਤਿਨ ਉਰਤ ਕਾਵੇ। ਕਿ ਮੈਂ ਆਪਣੇ ਪੁੱਤਰ ਨੂੰ ਦੁਖੀ ਹੁੰਦਾ ਦੇਖ ਕੇ ਮਰਾਂਗੀ, ਦੱਸੋ? ਆਪਣੇ ਪੁੱਤਰ ਨੂੰ ਸਾਹਮਣੇ ਦੁਖੀ ਹੁੰਦਾ ਦੇਖ ਕੇ ਮਰਨਾ ਕਰਾਂਗੀ। ਸਾਰੇ ਸ਼ਰੀਕ ਜਗਤ ਦੇ ਤੁਸਾਂ ਨੇ ਪੂਜਨੀਕ ਬਣਾ ਦਿੱਤੇ, ਉਹਨਾਂ ਦੇ ਘਰ ਦੇ ਵਿੱਚ ਸਾਰੇ ਪਦਾਰਥ ਆਉਣਗੇ ਤੇ ਅਸੀਂ ਮਾਂ ਪੁੱਤ ਸਾਹਮਣੇ ਤੱਕ ਤੱਕ ਕੇ ਦੇਖਦੇ ਰਹਾਂਗੇ, ਤੱਕ ਤੱਕ ਕੇ ਦੇਖਦੇ ਰਹਾਂਗੇ। ਕੀ ਅਸੀਂ ਉਹਨਾਂ ਦੇ ਮੰਗਤੇ ਬਣ ਜਾਵਾਂਗੇ, ਹੱਥ ਅੱਡ ਕੇ ਉਹਨਾਂ ਤੋਂ ਮੰਗਣਾ ਕਰਾਂਗੇ। ਆਸ ਸੁਤ ਪਰ ਕਿਉਂ ਦਿਆ ਨਾ ਕੀ ਧਰਤੇ, ਨੇ ਸਮਝਾ ਗੁਰ ਕਹੋ ਨਾ ਕਰਤੇ। ਕਿ ਐਸੇ ਪੁੱਤਰ ਤੇ ਸਵਾਮੀ ਜੀ ਤੁਸੀਂ ਦਇਆ ਕਿਉਂ ਨਹੀਂ ਧਾਰਨ ਕਰਦੇ? ਦੇਖੋ ਕਿਤਨਾ ਭੋਲਾ ਭਾਲਾ ਜਿਹਾ ਸੁਭਾਅ ਤੇ ਬੜਾ ਮਸਤ ਜਿਹਾ ਸੁਭਾਅ, ਕਿਸੇ ਤਰ੍ਹਾਂ ਦੀ ਚਲਾਕੀ ਨਹੀਂ, ਕੋਈ ਵਲਛਲ ਨਹੀਂ। ਤੇ ਪਤਾ ਨਹੀਂ ਕਿਉਂ ਤੁਸਾਂ ਨੇ ਇਸ ਪਾਸੇ ਤੋਂ ਵਾਂਝਾ ਛੱਡਣਾ ਕੀਤਾ ਹੈ। ਤੁਸੀਂ ਆਪਣੇ ਵਾਂਗ ਮੇਰੇ ਪੁੱਤਰ ਨੂੰ ਜਗਤ ਗੁਰੂ ਕਿਉਂ ਨਹੀਂ ਬਣਾਉਂਦੇ? ਇਹ ਵਡਿਆਈ ਮੇਰੇ ਪੁੱਤਰ ਨੂੰ ਮਿਲਣੀ ਚਾਹੀਦੀ ਸੀ। ਹੁਣ ਸਤਿਗੁਰੂ ਜੀ ਮਹਾਰਾਜ ਪ੍ਰਸ਼ਾਦਾ ਛਕ ਤੇ ਰਹੇ ਹੈ, ਪਰ ਨਾਲ ਦੀ ਨਾਲ ਨਾਨਕੀ ਦੇ ਬਾਰੇ ਵਿੱਚ ਗੁੱਸਾ ਵੀ ਹੈ ਤੇ ਸਤਿਗੁਰੂ ਜੀ ਮਹਾਰਾਜ ਸੋਚ ਵੀ ਰਹੇ ਹੈ ਕਿ ਇਹਨੂੰ ਬਹੁਤ ਸਾਰੇ ਬਚਨ ਦੇਣਾ ਕੀਤੇ ਹੈ, ਪਰ ਇਹਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਮਨ ਦੇ ਵਿੱਚ ਕਾਹਲ ਪਾਣਾ ਕੀਤੀ, ਧੀਰਜ ਨਹੀਂ ਧਾਰਨ ਕੀਤਾ। ਕਿ ਇਸ ਨੂੰ ਰਾਤਾਂ ਭਰ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਬਚਨਾਂ ਤੇ ਭਰੋਸਾ ਨਹੀਂ ਆਇਆ। ਚਿਤਵੈ ਇਸ ਪ੍ਰਭਾਸਾ ਨਾਹੀਂ, ਕਿ ਕੋਲ ਰਹਿੰਦਿਆਂ ਹੋਇਆਂ ਵੀ ਇਹਨੇ ਇਸ ਤੇ ਭਰੋਸਾ ਨਹੀਂ ਕੀਤਾ। ਕਿਤਨੇ ਸਾਰੇ ਬਚਨ ਤੇਗ ਬਹਾਦਰ ਨੂੰ ਦੇਣਾ ਕੀਤੇ ਹੈ, ਪਰ ਫੇਰ ਵੀ ਇਹਨਾਂ ਨੇ ਸਮਝਣਾ ਨਹੀਂ ਕੀਤਾ। ਤ੍ਰਿਪਤ ਹੋਏ ਨਾ ਪੁਨ ਪਾਣੀ ਲੀਨ, ਪਾਨ ਪਖਾਰ ਚੁਰੇ ਕੋ ਕੀਨ। ਸਤਿਗੁਰੂ ਜੀ ਮਹਾਰਾਜ ਨੇ ਨਾ ਪ੍ਰਸ਼ਾਦਾ ਪਾਣੀ ਛਕ ਕੇ ਤੇ ਜਲ ਛਕਣਾ ਕੀਤਾ, ਜਲ ਛਕ ਕੇ ਤੇ ਫਿਰ ਹਸਤ ਕਮਲ ਧੋ ਕੇ ਚੁਲਾ ਕਰਨਾ ਕੀਤਾ ਹੈ। ਤੇ ਫਿਰ ਕਹਿਣਾ ਕੀਤਾ ਹੈ ਕਿ ਨਾਨਕੀ ਜੀ ਤੁਹਾਨੂੰ ਪਹਿਲੋਂ ਵੀ ਕਿਹਾ ਸੀ, ਕਹੋ ਬਾਕ ਧੀਰਜ ਕੋ ਧਾਰ। ਕਿ ਤੁਹਾਨੂੰ ਪਹਿਲੋਂ ਵੀ ਕਿਹਾ ਸੀ ਧੀਰਜ ਧਾਰਨ ਕਰੋ, ਤੁਸੀਂ ਧੀਰਜ ਧਾਰਨ ਕਿਉਂ ਨਹੀਂ ਕਰਦੇ? ਕਿ ਆਪਣੇ ਪੁੱਤਰ ਨੂੰ ਤੁਸੀਂ ਹਰ ਪਾਸੇ ਤੋਂ ਲਾਇਕ ਸਮਝਣਾ ਕਰੋ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਵਿੱਚੋਂ ਬਚਨ ਹੋ ਗਏ, ਉਹਨਾਂ ਤੇ ਭਰੋਸਾ ਕਰੋ। ਤੁਸੀਂ ਭਰੋਸਾ ਕਿਉਂ ਨਹੀਂ ਕਰਦੇ? ਬਿਨ ਗੁਰਤਾ ਗੁਰ ਹੀ ਸਮਸੋਏ, ਪੂਜਨ ਉਚਿਤ ਲਖੇ ਸਭ ਕੋਏ। ਸਤਿਗੁਰੂ ਜੀ ਮਹਾਰਾਜ ਕਹਿੰਦੇ ਗੁਰਤਾ ਤੋਂ ਬਗੈਰ ਤੁਹਾਡੇ ਪੁੱਤਰ ਦੀ ਗੁਰੂ ਬਰਾਬਰ ਵਡਿਆਈ ਹੋਏਗੀ, ਗੁਰੂਆਂ ਵਾਂਗ ਬਰਾਬਰ ਵਡਿਆਈ ਹੋਣਾ ਕਰੇਗੀ। ਜੋ ਤੁਸੀਂ ਚਾਹੁੰਦੇ ਹੋ ਗੁਰਸਿੱਖ ਇੱਥੇ ਢੀਰ ਲਗਾ ਦਿਆ ਕਰਨਗੇ। ਤੁਸੀਂ ਕਿਉਂ ਨਹੀਂ ਸਮਝਦੇ ਕਿ ਉਸ ਦੀ ਪੂਜਾ ਕਰਨਾ ਸਾਰੇ ਗੁਰਸਿੱਖ ਚੰਗੀ ਸਮਝਣਗੇ? ਕਿ ਬਈ ਜਿਹੜੇ ਤੇਗ ਬਹਾਦਰ ਦੀ ਪੂਜਾ ਕਰਨਗੇ, ਉਹਨਾਂ ਦੇ ਚਰਨ ਪਰਸਣਗੇ, ਸਮਝ ਲਓ ਉਹ ਵੱਡੇ ਭਾਗਾਂ ਵਾਲੇ ਬਣ ਜਾਣਗੇ। ਹੁਣ ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤੇ ਨਾ, ਇਹ ਸੁਣ ਕੇ ਨਾਨਕੀ ਦੇ ਨੈਣਾਂ ਵਿੱਚ ਉਹਨਾਂ ਜਲ ਵਹਿ ਤੁਰਿਆ, ਜਲ ਵਹਿ ਤੁਰਿਆ।
ਰੋਣ ਲੱਗੇ ਨਾਨਕੀ ਜੀ। रो के ते सतगुरां दे पास ये फिर कहना चाहती है, गद गद गिरा दुखी बहु होई, परा लब्ध हम सुख न कोई। गला भर आया ते बड़ी दुखी जी मन दे नाल ना कहन लगे स्वामी जी साडे भागां विच सदा ही कोई सुख नहीं लिखना कीता। पिछे नूं गल लिजाना कीती, नानकी ने पिछे नूं गल लिजाना कीती। बड़ा दुखी हो गए रो करके ना, ते कहंदी स्वामी जी शुरू तो ही साडे भागां विच कोई सुख नहीं कि मेरा पुत्र अटल राय जान के ना जीविया। मेरे सामने मेरे दिल दा टुकड़ा जवानी विच पैर धरदा सी ते मेरे नेत्रां दे सामने परलोक गमन कर गया कि स्वामी जी उहदा साली मेरे हिरदे विच हर वक्त जिहड़ा दुखदा रहिंदा है। पुत्र दा दुख स्वामी जी बड़ा माड़ा है, बड़ा माड़ा है। मैं ते उहदा दुख ही शुरू तो बर्दाश्त करदे आउंदे, क्योंकि जदों अटल राय जी ने अकाल चलाना कीता सी ना गुरु प्यार वालिओ, नानकी ने बहुत उस टाइम वरलाप कीता सी। ये कथा विच मैं पिछे सुना चुके हाँ। सतगुरां ने फिर इनू धीरज धारण करवाया, बाबा बुढ़ा जी ने किरपा वरसाई। पर हुणे कहंदी कि स्वामी जी मैनू ते उही दुख नहीं भुलदा, कदा चित भी सुख नहीं कि आप ही दे हुक्म करन ते मेरे पुत्र ने प्राण त्याग दिते। जवानी अवस्था विच पैर धरदा सी, उही दुख मैनू कोही जांदा है। ते हुण मेरा जिहड़ा मस्ताना जिहा रह गया उहनूं तुसीं गुरता गद्दी तो खाली छड्ड दिता। किस पासे असीं जाइए? कोई सिख नहीं आएगा, कोई सिख नहीं आएगा धन लैके। स्वामी जी मैनू जापदा कि तुसी टाल मटोला जिहा करना करदे जे। तैसी गत कुछ जानी जाए, तेग बहादुर अब दुख पाए। कि मैनू ते इदां ही गति जान पैंदी है कि तेग बहादुर भी बेचारा दुख ही पाएगा, कुछ भी प्राप्त नहीं होएगा। मेरे समीत जी सकेगा कि नहीं? जिहड़ा अनादर कीता वो बर्दाश्त नहीं हो सकेगा, वो नहीं बर्दाश्त हो सकेगा। नानकी ना हुण गुस्से विच आई ये गल्लां करी गई अगे दी अगे उच्ची सुर विच होना कीता। जिवें जिवें गुस्सा वधिया ना उवें उवें उच्ची सुर दे विच गल्लां कीतियां। कहन लगे कि तुहाडे शरीर छड्डण तो पहला फिर असी इस दुख नाल प्राण त्याग देवांगे, मैं भी प्राण त्याग देवांगी ते मेरा साहिबजादा भी प्राण त्याग देवेगा, क्योंकि बाद विच भी ते दुखी हो के प्राण त्यागणे ही है। इहदे नालों चंगा ये है स्वामी जी कि असी शरीकां दे अधीन नहीं हो करके रहना, असी शरीकां दे अधीन होके नहीं रहना। इस करके स्वामी जी मैं समझदी हां मरना ही चंगा इहदे नालों। इत्थे गल लैके चली गई नानकी, कहन लगी इहदे नालों मरना ही चंगा है। क्योंकि गुरु प्यार वालिओ ये शरीके वाला जिहड़ा कारण है ना, शुरू तो चलिया हुंदा है। अज भी गल्लां हर जगह ते इदां ही हुंदियां। हर कोई कहंदा कि मैं शरीक दे थल्ले लग के नहीं रहना, शरीक तो उपर हो के चलना है। बस वडियाई दी भुख खा गई लोकां नूं, ते वडियाई दी भुख ने इन्हां नूं सखणे दे सखणे कर दिता। मर्यादा वाली गल कोई नहीं साडे पास, सेवा भावना वाली कोई नहीं गल है। सिर्फ अपना ठाठा बागा बनाउण वास्ते वडियाई दी भुख विच तुरे फिरदे आ। कोई भी है, हर एक अपनी वडियाई चाहुंदा है, हर एक अपनी वडियाई चाहुंदा है कि मैं होवां ते मेरा नाम उच्चा होए, ते हर कोई कह के उस फलाने बंदे दा हुक्म चलदा है, बई उहदे हुक्म तो बगैर आ कुछ नहीं हो सकदा। इत्थे ही मार खा गए। रब दी दरगाह विच फिर जाके लेखे होणगे। आखो सतनाम श्री वाहिगुरू। नानकी भी हुण समझी नहीं, बोलदी बोलदी बुलारे तो बाहर हो गए। ते सतगुरु जी महाराज भी ना देखदे देखदे ही रह गए कि हर रोज प्रशादा पानी छकन लग्या नानकी जी ना इक्को ही गल जिहड़ी है वो शुरू करते हैं। इक्को ही गल हर रोज शुरू करते हैं कि कितना कुछ धन श्री गुरु नानक देव जी महाराज के घर विचों
ਇਹ ਬਚਨ ਛੱਡ ਦਿੱਤੇ ਤੇਗ ਬਹਾਦਰ ਜੀ ਵਾਸਤੇ, ਪਰ ਇਹਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਬਚਨਾਂ ਤੇ ਭਰੋਸਾ ਨਹੀਂ ਕੀਤਾ। ਭਰੋਸਾ ਨਹੀਂ ਕੀਤਾ, ਲਾਗੇ ਰਹਿੰਦਿਆਂ ਹੋਇਆਂ ਵੀ। ਹੁਣ ਸਤਿਗੁਰੂ ਜੀ ਮਹਾਰਾਜ ਨਾ ਅੱਗੇ ਕੁਝ ਕਹਿਣਾ ਤੇ ਚਾਹੁੰਦੇ ਐ, ਤੇ ਨਾਲ ਸਤਿਗੁਰੂ ਜੀ ਸਖਤ ਬਚਨ ਵੀ ਛੱਡਣਾ ਚਾਹੁੰਦੇ ਐ। ਅੱਜ ਇੱਥੇ ਸਮਾਪਤੀ ਹੈ, ਕੱਲ ਨੂੰ ਫੇਰ ਸਤਿਗੁਰੂ ਜੀ ਕਿਰਪਾ ਕਰਨਗੇ। ਜਿਸ ਤਰ੍ਹਾਂ ਵੀ ਸਤਿਗੁਰੂ ਜੀ ਮਹਾਰਾਜ ਸ੍ਰੀ ਤੇਗ ਬਹਾਦਰ ਜੀ ਮਹਾਰਾਜ ਬਾਰੇ ਬਚਨ ਛੱਡਣਗੇ ਤੇ ਨਾਲ ਕੋਈ ਸਖਤ ਲਹਿਜੇ ਵਿੱਚ ਵੀ ਨਾਨਕੀ ਨੂੰ ਗੱਲਾਂ ਕਹਿਣਗੇ, ਜਿਹੜੀਆਂ ਕਿ ਬਰਦਾਸ਼ਤ ਕਰਨੀਆਂ ਪੈਣਗੀਆਂ ਅੱਗੇ ਜਾ ਕੇ। ਜੇ ਸਤਿਗੁਰਾਂ ਦੀ ਕਿਰਪਾ ਹੋਏਗੀ ਤੇ ਕੱਲ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਬੇਨਤੀ ਕਰਾਂਗੇ ਜਿਤਨਾ ਵੀ ਹੋ ਸਕੇ ਮਨ ਬਿਰਤੇ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ ਸੁਣ ਕਰਕੇ, ਮਨ ਕਰਕੇ, ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਧੰਨਤਾ ਦੇ ਯੋਗ ਬਣੀਏ। ਸਤਿਗੁਰੂ ਜੀ ਸਮਰੱਥ ਨੇ, ਕਿਰਪਾ ਦੇ ਦਾਤੇ ਹੈ। ਸਾਡੇ ਸਿਰ ਤੇ ਮਿਹਰ ਭਰਿ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਕਥਾ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ ਹੈ, ਉੱਥੇ ਆਪ ਰੱਬ ਵਰਗੀਆਂ ਗੁਰੂ ਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ, ਆਪਣੇ ਦਾਸਾਂ ਦੇ ਸਿਰ ਤੇ ਮਿਹਰ ਭਰਿ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਬੱਚਿਆਂ ਦੇ ਸਿਰ ਤੇ ਮਿਹਰਾਂ ਦਾ ਹੱਥ ਰੱਖਣ ਤੇ ਦਾਸ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੇ ਚਰਨਾਂ ਦੀ ਸੇਵਾ ਕਰਕੇ ਧੰਨਤਾ ਦੇ ਯੋਗ ਬਣਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਛਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ